सरताज की सतिंदर भी थोड़े नाल मिलते जुलते ने? ਤੁਸੀਂ ਸਤਿੰਦਰ ਤੇ ਸਰਤਾਜ ਦੀ ਗੱਲ ਕੀਤੀ। ਸਰਤਾਜ ਮੈਂ ਸਿਰਫ ਸਟੇਜ ਤੇ ਆ। कदे ऐ होया भी एक्सप्रेशंस बहुत सारे ने पर शब्द मुक गए? ਇੱਕ ਮੁਹੱਬਤ ਹੀ ਐਸਾ ਅਹਿਸਾਸ ਆ ਜਿਹਦੀ ਬਿਆਨੀ ਦੇ ਲਈ ਲਫ਼ਜ਼ ਘੱਟ ਜਾਂਦੇ ਆ। मेरी बात तो मैं मतलब ना खोजना, लफ्ज़ों की मायनों से अनबन है थोड़ी। फिलहाल साडे शो दे विच जो शख्सियत नाल मैं थानू रूबरू करान जा रही हाँ, उन्हां दे हर लफ्ज़ दा कोई ना कोई मायना हुंदा है ते शब्दां नाल अनबन हो ही नहीं सकती, क्योंकि शब्दां नू मनाना ना उन्हां नू बखूबी आंदा है। सो प्लीज़ वेलकम सतिंदर सरताज। ਹੈਲੋ ਸੋਨਾਲੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ किवें ਨੂੰ। हो तुसी? ਬਹੁਤ ਵਧੀਆ ਜੀ, ਚੜ੍ਹਦੀ ਕਲਾ। आई एम सो एक्साइटेड एंड आई एम सो ब्लेस्ड कि चलो आज फाइनली इंटरव्यू करने का मौका मिल गया। ਨਹੀਂ ਨਹੀਂ, ऑनर इज ऑल माइन, थैंक जी यू। ते जिन्नी भी वार मिलते हैं ना, वो जी वाइब्स होंगी ना हमेशा इक्वल रहती है। Oh really? सो Okay. एग्जैक्टली मतलब वो पॉजिटिव ऑरा जब भी थोड़े कोल बहते आ, सो वो हमेशा ही जड़ा आ बरकरार रहता है। सो ये मेरा पहला सवाल होएगा कि इस पॉजिटिविटी को मेनटेन किवें करते हो? ਪਹਿਲੇ ਸਵਾਲ ਬਹੁਤ ਜ਼ਿਆਦਾ ਮੁਸ਼ਕਿਲ ਪਾਤੇ ਤੁਸੀਂ। ਜੈਨੂਅਲੀ ਮੇਰੇ ਕੋਲ ਇਹਦਾ ਜਵਾਬ ਨਹੀਂ ਹੈਗਾ, ਕਿਉਂਕਿ ਮੇਨਟੇਨ ਕਰਕੇ ਚੀਜ਼ਾਂ ਨਹੀਂ ਰਹਿ ਸਕਦੀਆਂ। ਜੇਕਰ ਉਹ ਸੈਲਫ ਡਰਿਵਨ ਹੋਣਗੀਆਂ जी ਉਹ ਤਾਂ ਹੀ ਮੇਨਟੇਨ ਰਹਿਣ ਸਕਦੀਆਂ ਨੇ। ਅਦਰਵਾਈਜ਼ ਯੂ ਕੈਨ ਨਾਟ ਮੇਨਟੇਨ ਯੂਅਰ ਇਨਰ ਸੈਲਫ ਐਟ ਲੀਸਟ। ਆਊਟਰ ਤਾਂ ਸਮਹਾਉ ਹੋ ਜਾਂਦਾ ਮੈਨੇਜ। ਸੋ ਮੈਂ ਰੀਸੈਂਟਲੀ ਪਤਾ ਨਹੀਂ ਮੈਂ ਬਾਹਰ ਖੜਾ ਸੀ ਕਿਤੇ ਰੋਡ 'ਤੇ, ਮੇਰੇ ਜ਼ਹਿਨ 'ਚ ਖਿਆਲ ਆਇਆ ਸੀਗਾ ਕਿ ਯਾਰ ਕੌਨਸ਼ੀਅਸਨੈਸ ਹੈ ਜਿਹੜੀ ਤੁਸੀਂ ਮੈਨੇਜ ਕਰ ਸਕਦੇ ਆ, जी ਸਬਕੌਨਸ਼ੀਅਸਨੈਸ ਸਲਾਈਟਲੀ ਮੈਨੇਜ ਕਰ ਸਕਦੇ ਆ, ਅਨਕੌਨਸ਼ੀਅਸਨੈਸ ਤੁਸੀਂ ਮੈਨੇਜ ਨਹੀਂ ਕਰ ਸਕਦੇ। ਦੈਟ ਕੈਨ ਮੈਨੇਜ ਯੂ ਸਮਹਾਉ। बिल्कुल ਸੋ ਜਿਹੜੀ ਪੋਜ਼ਿਟਿਵਿਟੀ ਆ ਉਹ ਤੁਹਾਡੇ ਅਨਕੌਨਸ਼ੀਅਸ ਜੇਕਰ ਹੋਊਗੀ जी ਤਾਂ ਹੀ ਉਹ ਪਰਸਿਸਟੈਂਸੀ ਰਹਿਣੀ ਉਹਦੀ, ਤਾਂ ਹੀ ਉਹ ਹਮੇਸ਼ਾ ਦੇ ਲਈ ਰਹੂਗੀ। जी ਅਦਰਵਾਈਜ਼ ਕੋਈ ਨਾ ਕੋਈ ਚੀਜ਼ ਤੁਹਾਨੂੰ ਨਾ ਡੈਮੇਜ ਕਰਨ ਲਈ, ਤੇ ਤੁਹਾਨੂੰ ਪਤਾ ਦੁਨੀਆ 'ਚ ਤੁਸੀਂ ਹੈਗੇ ਆ ਤੇ ਸਕ੍ਰੈਚ ਪੈਂਦੇ ਹੀ ਰਹਿੰਦੇ ਆ। ਜੇਕਰ ਕਾਰ ਰੋਡ 'ਤੇ ਚੱਲੇਗੀ ਉਹਨੇ ਟੱਚ ਹੋਣਾ ਹੀ ਆ ਕਿਤੇ ਨਾ ਕਿਤੇ ਨਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਇਨਬਿਲਟਡ ਪੋਜ਼ਿਟਿਵਿਟੀ ਹੈ ਨਾ, ਉਹ ਫੋਰਐਵਰ ਆ ਅਤੇ ਉਹ ਸਦੀਵੀ ਆ, ਅਤੇ ਤਮਾਮ ਜ਼ਿੰਦਗੀ ਦੇ ਲਈ ਜਾਂ ਸਦੀਆਂ ਤੋਂ ਜਦੋਂ ਵੀ ਕਾਇਨਾਤ ਜੇਕਰ ਤੁਹਾਡਾ ਸੋਲ ਟਰੈਵਲ ਕਰ ਰਿਹਾ ਸਮਹਾਉ ਅਤੇ ਉਹ ਤੁਹਾਡੇ ਨਾਲ ਰਹਿੰਦੀ ਹੈ। ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ, ਇਸ ਕਰਕੇ ਨਹੀਂ ਕਿ ਉਹ ਕੰਟੀਨਿਊ ਆ, ਇਸ ਕਰਕੇ ਕਿ ਬਹੁਤ ਸਾਰੇ ਲੋਕਾਂ ਨੇ ਹੀ ਮੈਨੂੰ ਇਹ ਗੱਲ ਕਹੀ ਆ ਅਤੇ ਹੁਣ ਮੈਂ ਜੈਨੂਅਲੀ ਕੰਸੀਡਰ ਕਰਨ ਲੱਗਿਆ ਕਿ ਯਾਰ ਇਹ ਵਾਕਈ ਕੋਈ ਗੱਲ ਹੋਣੀ ਆ। ਅਦਰਵਾਈਜ਼ ਹਰ ਬੰਦਾ ਇਸ ਤਰ੍ਹਾਂ ਨਹੀਂ ਕਹਿ ਸਕਦਾ। ਸਮਟਾਈਮ ਤੁਸੀਂ ਜਿਮ 'ਚ ਹੁੰਦੇ ਆ, ਤੁਹਾਨੂੰ ਆ ਕੇ ਕੋਈ ਬੰਦਾ ਖੜਾ ਹੋ ਜਾਂਦਾ, ਹਾਲਾਂਕਿ ਇੰਡਸਟਰੀ ਦੇ ਬੰਦੇ ਹੁੰਦੇ ਆ, ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਕਿਹਾ ਹਾਂਜੀ, ਫਿਰ ਇਹ ਖੜੇ ਰਹਿਣਗੇ, ਮੈਂ ਕਿਹਾ ਹਾਂਜੀ, ਨਹੀਂ ਬਸ ਭਾਅ ਜੀ ਵੈਸੇ ਯੂ ਨੋ ਕਿ ਤੁਹਾਨੂੰ ਦੇਖ ਕੇ ਚੰਗਾ ਜਿਹਾ ਲੱਗਦਾ। ਅਤੇ ਸ਼ੁਰੂ 'ਚ ਮੈਨੂੰ ਲੱਗਿਆ ਯਾਰ ਕਿ ਹੋ ਸਕਦਾ ਤੁਹਾਡੇ ਜੂਨੀਅਰ ਆਰਟਿਸਟ ਹੈ, ਤੁਹਾਨੂੰ ਥੋੜ੍ਹਾ ਜਿਹਾ ਵੈਸੇ ਹੀ ਯੂ ਨੋ ਰਿਸਪੈਕਟ ਦੇ ਰਿਹਾ, ਫਲੈਟਰ ਕਰ ਲਿਆ ਜਾਂ ਸਮਹਾਉ। ਬਟ ਫਿਰ ਹੌਲੀ ਮੈਨੂੰ ਲੱਗਣ ਲੱਗਿਆ ਯਾਰ ਕਿ ਇਹਨੇ ਵੀ ਕਿਹਾ। ਸੋ ਹੁਣ ਮੈਂ ਸਟੱਡੀ ਸ਼ੁਰੂ ਕੀਤੀ ਹੈ ਆਪਣੀ, ਅਤੇ ਅਗਲੀ ਵਾਰੀ ਸ਼ਾਇਦ ਤੁਹਾਨੂੰ ਮੈਂ ਹੋਰ ਕੋਈ ਪ੍ਰੋਫਾਊਂਡ ਆਂਸਰ ਦੇ ਸਕਾਂ। वाह दैट्स ग्रेट। तो इस तो एक सवाल मैं ज़रूर पूछना चाहूँगी कि एक गल हो गई वाइब्स की, बट फॉर एग्जाम्पल जो मैं अपनी गल करा, सो इमोशनस इंसान के होंगे ने। जब गुस्सा आता है तो एक्सिस दे विच गुस्सा भी करीदा, कदे कदे ओवर एक्साइटेड हो जाते हैं। दो दे से कि एक्सिस ऑफ एवरीथिंग इज़ बैड, बट स्टिल वो चीज़ आ जाती है बिकॉज ह्यूमन नेचर आ। एंड वन मोर थिंग व्हाट आई हैव नोटिस्ड अबाउट यू इज़ कि तुसी हमेशा वो इक्वली मैनेज करते हो। लाइक आई हैव नेवर सीन यू ओवर एक्साइटेड, आई हैव नेवर सीन यू डल, मतलब वो चीज़ बिल्कुल इक्वल रहती है। वो किवें? ਅੱਛਾ, ਅੱਜ ਦੀ ਇੰਟਰਵਿਊ ਮੈਨੂੰ ਲੱਗਦਾ ਬਹੁਤ ਹੀ ਉਹ ਹੈ ਫਿਲੋਸਫਿਕਲ। ਇਹ ਮੈਨੂੰ ਲੱਗਦਾ ਉਸੇ ਚੀਜ਼ ਦਾ ਹੀ ਪਾਰਟ ਆ, ਇਹ ਸੈਕਿੰਡ ਪੋਰਸ਼ਨ ਹੈ ਉਹਦਾ। ਜਿਹੜਾ ਤੁਸੀਂ ਪਹਿਲੀ ਪੋਜ਼ੀਟਿਵਿਟੀ ਕਹੀ ਹੈ ਨਾ, ਉਹ ਤਾਂ ਹੀ ਹੁੰਦੀ ਹੈ ਜਦੋਂ ਸਾਰੀਆਂ ਚੀਜ਼ਾਂ ਬੈਲੈਂਸ ਹੁੰਦੀਆਂ ਨੇ। ਬੈਲੈਂਸ ਉਦੋਂ ਹੁੰਦੀਆਂ ਕਿ ਜਦੋਂ ਤੁਸੀਂ ਇੱਕ ਬਹੁਤ ਹੀ ਕੰਟੈਂਟ ਸਟੇਟ ਆਫ ਮਾਈਂਡ 'ਚ ਰਹਿੰਦੇ ਆ। ਮੈਂ ਰੀਸੈਂਟਲੀ ਇੱਕ ਗਾਣਾ ਲਿਖਿਆ ਸੀਗਾ, ਸਮਹਾਉ ਪਤਾ ਨਹੀਂ ਮੈਨੂੰ ਬੋਲਣਾ ਚਾਹੀਦਾ ਕਿ ਨਹੀਂ, ਬਟ ਐਨੀਵੇ ਬਾਅਦ ਤੁਸੀਂ ਐਡਿਟ ਕਰ ਲਓ ਜੇ ਨਹੀਂ ਚੰਗਾ ਲੱਗਿਆ। ਉਹ ਹੈਗਾ ਕਿ ਨਾ ਤਾਂ ਤਿੰਨਾਂ 'ਚ, ਨਾ ਹੀ ਤੇਰਾਂ 'ਚ, ਨਾ ਹੀ ਹਿਰਨਾਂ 'ਚ, ਨਾ ਹੀ ਸ਼ੇਰਾਂ 'ਚ, ਜਗ੍ਹਾ ਹੁੰਦੀ ਏ ਜੀ ਵਿਚਾਲੇ ਵੀ, ਨਾ ਤਾਂ ਕਾਇਰਾਂ 'ਚ ਨਾ ਦਲੇਰਾਂ 'ਚ। ਠੀਕ ਹੈ ਜੀ। ਸੋ ਉਹ ਜਿਹੜੀਆਂ ਵੇਵਜ਼ ਨੇ ਨਾ, ਸਾਗਰ ਉਦੋਂ ਕਹਾਉਂਦਾ ਜਦੋਂ ਸ਼ਾਂਤ ਹੁੰਦਾ, ਅਦਰਵਾਈਜ਼ ਉਹਨੂੰ ਲਹਿਰਾਂ ਕਹਿਣ ਲੱਗ ਜਾਂਦੇ ਹਾਂ ਅਸੀਂ। ਸੋ ਉਹਦੀ ਜਿਹੜੀ ਸ਼ਾਂਤੀ ਆ, ਉਹਦੀ ਜਿਹੜੀ ਪ੍ਰੋਫਾਊਂਡਨੈਸ ਆ, ਉਹਦੀ ਜਿਹੜੀ ਡੈਫਥ ਆ, ਉਹ ਉਹਨੂੰ ਓਸ਼ੀਨ ਬਣਾਉਂਦੀ ਹੈ। ਅਤੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਡੇਲੀ ਬੇਸਿਸ 'ਤੇ ਆਉਂਦੀਆਂ ਨੇ, ਪਰ ਜਦੋਂ ਤੁਹਾਨੂੰ ਥੋੜ੍ਹੀ ਜਿਹੀ ਇਹ ਪਤਾ ਲੱਗ ਜਾਂਦਾ ਕਿ ਯਾਰ ਰਾਜ਼ੀ, ਜਿਹਨੂੰ ਰਜ਼ਾ ਤੁਸੀਂ ਕਹਿ ਲੈਂਦੇ ਆ,
ਹੋ ਜਾਂਦਾ ਕਿ ਯਾਰ ਕਿ ਠੀਕ ਹੈ, ਜੇ ਇਸ ਤੋਂ ਮਾੜਾ ਵੀ ਬਹੁਤ ਲੋਕਾਂ ਨਾਲ ਹੋਇਆ ਹੋਣਾ, ਬਿਲਕੁਲ ਤੁਸੀਂ ਬਹੁਤ ਸੋਹਣੀ ਥਾਂ 'ਤੇ ਹੋ। ਖੁਸ਼ੀ ਇਸ ਕਰਕੇ ਜ਼ਿਆਦਾ ਜ਼ਾਹਿਰ ਨਹੀਂ ਕਰਦੇ, ਯਾਰ ਇਹ ਏਡੀ ਵੱਡੀ ਖੁਸ਼ੀ ਦੀ ਗੱਲ ਨਹੀਂ, ਇਸ ਤੋਂ ਵੱਡੀਆਂ ਵੱਡੀਆਂ ਖੁਸ਼ੀਆਂ ਵੀ ਦੁਨੀਆ 'ਤੇ ਬਹੁਤ ਪਈਆਂ ਨੇ। ਬਿਲਕੁਲ ਸੋ ਇਸ ਕਰਕੇ ਜਦੋਂ ਤੁਸੀਂ ਇਕੁਅਲ ਸਟੇਟ ਆਫ ਮਾਈਂਡ ਦੇ ਵਿੱਚ ਮਤਲਬ ਕੰਟੀਨਿਊਟੀ 'ਚ ਵਿਚਰਦੇ ਆ, ਤਾਂ ਤੁਹਾਨੂੰ ਚੀਜ਼ਾਂ ਸਾਰਾ ਕੁਛ ਵਰਤਾਰਾ ਜਿਹੜਾ ਨਾ ਬਹੁਤ ਕਾਮਨੈਸ ਆ ਜਾਂਦੀ ਆ ਉਹਦੇ ਨਾਲ। ਜੀ ਕਿੱਡੀ ਵੀ ਵੱਡੀ ਚੀਜ਼ ਹੋ ਰਹੀ ਆ, ਉਹਨੂੰ ਤੁਸੀਂ ਸਰਾਹੁੰਦੇ ਹੋ ਅੰਦਰੋਂ, ਤੁਹਾਨੂੰ ਚੰਗਾ ਵੀ ਲੱਗਦਾ, ਪਰ ਤੁਹਾਡੇ ਐਕਸਪ੍ਰੈਸ਼ਨ ਦੇ ਵਿੱਚ ਉਹ ਜ਼ਿਗਜ਼ੈਗ ਨਹੀਂ ਆਉਂਦਾ। ਜੀ ਅਤੇ ਇਸ ਕਰਕੇ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਕੰਟੈਂਟ ਸਟੇਟ ਆਫ ਮਾਈਂਡ ਦੀਆਂ ਹੀ ਚੀਜ਼ਾਂ ਨੇ। ਓਕੇ ਜਦੋਂ ਤੁਸੀਂ ਹਰ ਇੱਕ ਚੀਜ਼ ਨੂੰ ਦੂਸਰੀ ਚੀਜ਼ ਦੇ ਨਾਲ ਕੰਪੇਅਰ ਕਰਕੇ ਦੇਖ ਲੈਂਦੇ ਆ, ਫਰਜ਼ ਕਰੋ ਜਿੱਦਾਂ ਮੈਂ ਪਹਿਲਾਂ ਵੀ ਦੱਸ ਦਿੰਦਾ, ਜਦੋਂ ਤੁਹਾਡੀ ਕਿਸੇ ਨਾਲ ਲੜਾਈ ਹੁੰਦੀ ਆ, ਇਨ ਜਨਰਲ ਕੀ ਹੁੰਦਾ, ਯਾਰ ਇਹਨੇ ਮੈਨੂੰ ਇਹ ਕਿਉਂ ਕਿਹਾ। ਬਿਲਕੁਲ ਫॉर ਫਿਊ ਸੈਕਿੰਡ ਜੇ ਤੁਸੀਂ ਇਸ ਤਰ੍ਹਾਂ ਵਾਕਈ ਸੋਚ ਲਓ ਕਿ ਯਾਰ ਇਹਨੇ ਮੈਨੂੰ ਇਹ ਕਿਉਂ ਕਿਹਾ, ਹੈ ਨਾ। ਤੁਸੀਂ ਸੋਚਦੇ ਨਹੀਂ ਯਾਰ ਇਹ ਮਤਲਬ ਇਹਨੂੰ ਕਹਿ ਦਿੰਦੇ ਆ, ਪਰ ਤੁਸੀਂ ਉਹ ਚੀਜ਼ ਮਹਿਸੂਸ ਨਹੀਂ ਕਰਦੇ। ਜੀ ਉਹਦੀ ਰੀਜ਼ਨ ਹੁੰਦੀ ਹੈ ਕੋਈ ਨਾ ਕੋਈ। ਫਰਜ਼ ਕਰੋ ਜੇਕਰ ਤੁਸੀਂ ਜਾਂ ਕੋਈ ਵੀ ਪਰਸਨ ਨੇ ਤੁਹਾਨੂੰ ਕੋਈ ਬੁਰਾ ਭਲਾ ਕਿਹਾ, ਉਹਨੂੰ ਬੇਵਜ੍ਹਾ ਦਾ ਕੋਈ ਨੋਟਿਸ ਜ਼ਰੂਰਤ ਨਹੀਂ ਹੈ ਬਿਲਕੁਲ ਕਿ ਤੁਹਾਡੇ ਕਿਸੇ ਨਾ ਕਿਸੇ ਐਕਸ਼ਨ ਡਾਇਰੈਕਸ਼ਨ ਰਿਐਕਸ਼ਨ ਨਾਲ ਕੋਈ ਉਹਦੇ 'ਤੇ ਸਕ੍ਰੈਚ ਲੱਗਾ ਹੋਣਾ ਅਤੇ ਉਹਨੇ ਰਿਐਕਟ ਕੀਤਾ। ਸੋ ਇਸ ਕਰਕੇ ਜਦੋਂ ਤੁਸੀਂ ਪੈਰਲਰ ਚੀਜ਼ਾਂ ਨੂੰ ਕੰਬੀਨੇਸ਼ਨ 'ਚ ਦੇਖਣ ਲੱਗ ਜਾਂਦੇ ਆ, ਅਤੇ ਇਹ ਜਿਹੜੀ ਪ੍ਰੋਫਾਊਂਡ ਸਟੇਬਿਲਿਟੀ ਆਉਣ ਲੱਗ ਜਾਂਦੀ। ਓਕੇ ਸੋ ਆਈ ਥਿੰਕ ਇਫ ਅ ਪਰਸਨ ਵਿਲ ਸਟੇ ਵਿਦ ਯੂ ਥੋੜ੍ਹੇ ਦਿਨਾਂ ਲਈ, ਤਾਂ ਇਹ ਜਿਹੜੀ ਵਾਈਬਸ ਆ ਸਾਡੇ 'ਚ, ਇਫ ਆਈ ਟੇਕ ਮਾਈ ਐਗਜ਼ਾਮਪਲ, ਤਾਂ ਆਈ ਵਿਲ ਬੀ ਵੈਰੀ ਸਟੇਬਲ। ਗੱਲ ਕਰਕੇ ਮੈਨੂੰ ਆਈ ਫੀਲ ਮੈਂ ਤੁਹਾਨੂੰ ਬਸ ਸੁਣਦੀ ਰਵਾਂ ਸੁਣਦੀ ਰਵਾਂ ਸੁਣਦੀ ਰਵਾਂ। ਥੈਂਕ ਯੂ। ਸੋ ਹਰ ਕੋਈ ਤੁਹਾਨੂੰ ਇੱਦਾਂ ਹੀ ਜਾਣਦਾ ਹੈ ਕਿ ਸਤਿੰਦਰ ਸਰਤਾਜ ਇੱਕਦਮ ਕਾਮ ਅਤੇ ਕੰਪੋਜ਼ਡ ਐਂਡ ਜਿਹੋ ਜਿਹੀਆਂ ਗੱਲਾਂ ਤੁਸੀਂ ਕਰ ਰਹੇ ਹੋ। ਸਰਤਾਜ, ਕੀ ਸਤਿੰਦਰ ਵੀ ਤੁਹਾਡੇ ਨਾਲ ਮਿਲਦੇ ਜੁਲਦੇ ਨੇ? ਕਿਉਂਕਿ ਅੱਜ ਆਏ ਹਾਂ ਤਾਂ ਤੁਹਾਨੂੰ ਜਾਣਨਾ ਜ਼ਰੂਰ ਚਾਹਾਂਗੇ, ਕਿਉਂਕਿ ਹਰ ਵਾਰ ਬਹੁਤ ਛੇਤੀ ਛੇਤੀ ਗੱਲਾਂ ਹੁੰਦੀਆਂ ਤੁਹਾਡੇ ਪ੍ਰੋਜੈਕਟਸ ਨੂੰ ਲੈ ਕੇ ਜਾਂ ਲਾਈਫ ਦੇ ਵਿੱਚ ਕੀ ਚੱਲ ਰਿਹਾ ਹੈ। ਤਾਂ ਹੀ ਤਾਂ ਮੈਂ ਕਿਹਾ ਕਿ ਦਿਸ ਇਜ਼ ਸਲਾਈਟਲੀ ਜਾਂ ਐਕਚੁਅਲੀ ਵੈਰੀ ਡਿਫਰੈਂਟ। ਜੀ ਜਨਰਲੀ ਇਹੀ ਹੁੰਦਾ ਕਿ ਅੱਛਾ ਕੀ ਚੱਲ ਰਿਹਾ, ਕੀ ਕਰ ਰਹੇ ਹੋ, ਕੀ ਕਰੋਗੇ। ਬਿਲਕੁਲ ਮੈਂ ਛੋਟੇ ਜਿਹੇ ਇਨਸਰਟ ਕਰਦਾ ਇਸ ਚੀਜ਼ ਦੇ ਵਿੱਚ ਕਿ ਬੇਸ਼ੱਕ ਮੇਰਾ ਮਿਊਜ਼ਿਕ ਫੀਲਡ ਹੈ, ਪਰ ਮਿਊਜ਼ਿਕ ਮੇਰੀ ਜ਼ਿੰਦਗੀ ਨਹੀਂ ਹੈ। ਜੀ ਮਿਊਜ਼ਿਕ ਇਜ਼ ਅ ਮੇਜਰ ਪਾਰਟ ਆਫ ਯੋਰ ਲਾਈਫ, ਬਟ ਇਟ ਇਜ਼ ਨਾਟ ਯੋਰ ਲਾਈਫ। ਮੇਜਰਲੀ ਜ਼ਿਆਦਾਤਰ ਲੋਕ ਇਸ ਗੱਲ ਨੂੰ ਗਲਤ ਤਰੀਕੇ ਦੇ ਨਾਲ ਅੰਡਰਸਟੈਂਡ ਕਰ ਲੈਂਦੇ ਕਿ ਯਾਰ ਓਕੇ ਦਿਸ ਇਜ਼ ਮਾਈ ਲਾਈਫ, ਓਕੇ ਦਿਸ ਇਜ਼ ਮਾਈ ਲਾਈਫ। ਨੋ, ਇਟ ਇਜ਼ ਨਾਟ ਹਾਊ, ਹੈ ਨਾ। ਸਾਰੀ ਜ਼ਿੰਦਗੀ ਤਾਂ ਨਹੀਂ ਤੁਸੀਂ 24 ਦੇ 24 ਘੰਟੇ ਵੀ ਤੁਸੀਂ ਮਿਊਜ਼ਿਕ ਨਹੀਂ ਕਰੀ ਜਾਂਦੇ, ਹਫਤੇ ਦੇ 7 ਦਿਨ ਵੀ, ਤਮਾਮ ਮਹੀਨਾ ਵੀ ਨਹੀਂ। ਜ਼ਿੰਦਗੀ ਉਹਨੂੰ ਕਹਿੰਦੇ ਜਿਹੜੀ ਹਰ ਸਾਹ ਇੱਦਾਂ ਚੱਲਦੀ ਹੈ। ਜੀ ਉਹੀ ਜ਼ਿੰਦਗੀ ਹੋ ਸਕਦੀ ਨਾ ਕੰਟੀਨਿਊਟੀ, ਇਹ ਤੇ ਤੁਹਾਡਾ ਨਹੀਂ ਹੈ, ਮੇਜਰ ਪਾਰਟ ਹੋ ਸਕਦਾ। ਸੋ ਇਸ ਕਰਕੇ ਹਰ ਚੀਜ਼ ਦੇ ਬਾਕਸਿਸ ਤੁਹਾਡੇ ਹੋਣੇ ਚਾਹੀਦੇ, ਤੁਹਾਨੂੰ ਉਹ ਤਾਂ ਪਤਾ ਹੋਵੇ ਕਿ ਇੱਥੇ ਮੈਂ ਇਹ ਹਾਂ। ਤੁਸੀਂ ਸਤਿੰਦਰ ਤੇ ਸਰਤਾਜ ਦੀ ਗੱਲ ਕੀਤੀ, ਸਰਤਾਜ ਮੈਂ ਸਿਰਫ ਸਟੇਜ ਤੇ ਹਾਂ। ਜੀ ਜੀ ਹੁਣ ਇਸ ਵੇਲੇ ਮੇਰੇ ਖਿਆਲ 'ਚ ਸਮਹਾਉ ਮੈਂ ਕਹਿ ਸਕਦਾ ਕਿ ਸਤਿੰਦਰ ਹੀ ਹਾਂ ਜੀ। ਸਟੇਜ ਤੇ। ਮੈਂ ਜਿਹੜੀ ਆਪਣੇ ਆਪ 'ਚ ਤਬਦੀਲੀ ਡਿਫਰੈਂਸ ਮਹਿਸੂਸ ਕੀਤਾ ਹੋਇਆ ਕਿ ਸਟੇਜ ਤੇ ਮੈਂ ਜ਼ਿਆਦਾ ਬਲੰਟ ਹੋ ਜਾਂਦਾ। ਓਕੇ ਬਲੰਟ ਇਨ ਦਾ ਸੈਂਸ ਕਿ ਟੋਟਲੀ ਜ਼ਹਿਨ 'ਚ ਜੋ ਹੈ ਬੋਲੀ ਜਾਣਾ। ਓਕੇ ਇਨ ਜਨਰਲ ਮੈਂ ਇੱਦਾਂ ਦਾ ਨਹੀਂ ਹਾਂ, ਥੋੜ੍ਹਾ ਜਿਹਾ ਸ਼ਾਈ ਵੀ ਹਾਂ, ਘੱਟ ਬੋਲਣ ਵਾਲਾ ਹਾਂ ਜਾਂ ਕੁਛ ਹੈ। ਸਟੇਜ 'ਤੇ ਮੈਨੂੰ ਜਿਹੜਾ ਬੰਦਾ ਨਹੀਂ ਜੱਚਿਆ ਮੈਂ ਉਹਨੂੰ ਕਹਿ ਦੇਣਾ ਓਏ ਤੂੰ ਨਹੀਂ ਠੀਕ, ਜਿਹੜਾ ਮੈਨੂੰ ਬਹੁਤ ਜੱਚਿਆ ਉਹ ਕਹਿਣਾ ਤੂੰ ਬਹੁਤ ਵਧੀਆ। ਓਕੇ ਸੋ ਇਹ ਮੇਰੀ ਪ੍ਰੋਬਲਮ ਹੈ, ਪਰ ਉਹ ਖੂਬੀ ਵੀ ਕਹੀ ਜਾ ਸਕਦੀ ਕਿ ਯਾਰ ਤੁਸੀਂ ਉੱਥੇ ਬਿਲਕੁਲ ਪਿਓਰੈਸਟ ਫਾਰਮ ਉਹ 'ਚੋਂ। ਮੈਂ ਇੱਕ ਦੋ ਚੀਜ਼ਾਂ ਨੋਟਿਸ ਤਾਂ ਤੁਹਾਨੂੰ ਮਤਲਬ ਰੈਫਰ ਨਹੀਂ ਦੱਸ ਸਕਦਾ, ਕੋਈ ਬਹੁਤ ਵੱਡੇ ਬੰਦੇ ਬੈਠੇ ਸੀ ਸਾਹਮਣੇ ਚੱਲਦੇ ਸ਼ੋਅ 'ਚ, ਉਹ ਚਲੇ ਗਏ ਅਤੇ ਮੈਂ ਮਾਈਕ 'ਤੇ ਕਹਿਤਾ, ਮੈਂ ਕਿਹਾ ਯਾਰ ਚੰਗਾ ਹੋਇਆ ਚਲੇ ਗਏ। ਯੂ ਨੋ, ਸੋ ਉਹ ਮੇਰੀ ਇਨਰ ਫੀਲ ਸੀਗੀ, ਮੈਂ ਐਜ਼ ਇਟ ਇਜ਼ ਹੀ ਕਹਿ ਤੀ। ਇਨ ਜਨਰਲ ਮੈਂ 1000% ਕੋਸ਼ਿਸ਼ ਕਰਦਾ ਕਿ ਕਿਸੇ ਵੀ ਬੰਦੇ ਨੂੰ ਹਰਟ ਨਹੀਂ ਹੋਣਾ ਚਾਹੀਦਾ, ਚਾਹੇ ਉਹ ਮੈਂ ਗੱਲ ਉਹਨੂੰ ਕਹਿਣੀ ਆ ਜਾਂ ਤਾਂ ਮੈਂ ਤਰੀਕੇ ਨਾਲ ਕਹਿ ਦਾਂ ਜਾਂ ਮੈਂ ਨਾ ਹੀ ਕਹਾਂ ਜਾਂ ਕਿਸੇ ਤੋਂ ਕਹਾ ਦਾਂ, ਤਾਂ ਕਿ ਉਹਨੂੰ ਪਤਾ ਵੀ ਲੱਗ ਜਾਏ ਪਰ ਉਹਨੂੰ ਬੁਰਾ ਵੀ ਨਾ ਲੱਗੇ। ਸੋ ਮੈਨੂੰ ਲੱਗਦਾ ਇੰਨਾ ਕੀ ਫ਼ਰਕ ਹੈ ਸਤਿੰਦਰ ਅਤੇ ਸਰਤਾਜ ਦਾ। ਫ਼ਰਕ ਵੈਸੇ ਬਹੁਤ ਵੱਡਾ ਹੈ ਜੇ ਦੇਖਿਆ ਜਾਵੇ ਤਾਂ, ਬਟ ਤੁਹਾਡੇ ਜਿਹੜੇ ਸਤਿੰਦਰ ਅਤੇ ਸਰਤਾਜ ਦੋਵਾਂ ਨੂੰ ਵੀ ਲੋਕ ਬਹੁਤ ਪਿਆਰ ਕਰਦੇ ਨੇ। ਸੋ ਅੱਛਾ ਸਰਤਾਜ ਜੀ, ਜਿਵੇਂ ਤੁਸੀਂ ਕਿਹਾ ਕਿ ਮਿਊਜ਼ਿਕ ਇਜ਼ ਅ ਪਾਰਟ ਆਫ ਲਾਈਫ, ਮਤਲਬ ਤੁਸੀਂ ਮੇਜਰਲੀ ਨਹੀਂ ਕਹਿ ਸਕਦੇ ਕਿ ਮਿਊਜ਼ਿਕ ਹੀ ਸਭ ਕੁਛ ਆ, ਬਟ ਆਈ ਐਮ ਸ਼ੋਰ ਕਿ ਜਿਸ ਤਰ੍ਹਾਂ ਨਾਲ ਤੁਹਾਡੇ ਗਾਣੇ ਹੁੰਦੇ ਨੇ ਸੋਲਫੁਲ ਹੁੰਦੇ ਨੇ, ਸੋ ਇੱਕ ਮੈਸੇਜ ਜਾਂਦਾ ਹੀ ਜਾਂਦਾ ਹੈ ਹਮੇਸ਼ਾ। ਜਿਵੇਂ ਸਤਿੰਦਰ ਨੂੰ ਪੁੱਛਾਂ, ਸਰਤਾਜ ਬਣਨ ਤੋਂ ਬਾਅਦ ਆਈ ਐਮ ਸ਼ੋਰ ਮਿਊਜ਼ਿਕ ਦੀ ਬਹੁਤ ਇੰਪੋਰਟੈਂਸ ਆ। 20s ਦੇ ਵਿੱਚ ਤੁਸੀਂ ਗਾਣਾ ਸ਼ੁਰੂ ਕੀਤਾ, ਬਟ ਉਸ ਮਿਊਜ਼ਿਕ ਤੋਂ ਪਹਿਲਾਂ ਜ਼ਿੰਦਗੀ ਦਾ ਕੀ ਮੋਟਿਵ ਸੀ? ਜ਼ਿੰਦਗੀ ਦੇ ਵਿੱਚ ਕੀ ਸੀ? ਟੂ ਬੀ ਦੀ ਮਿਊਜ਼ਿਕ ਪ੍ਰੋਫੈਸਰ, ਦੈਟਸ ਇਟ। ਕਿ ਮੈਂ ਮਿਊਜ਼ਿਕ ਦੀ ਐਜੂਕੇਸ਼ਨ ਲੈਣੀ ਹੈ, ਮਾਸਟਰਸ ਤਾਂ ਕਰਨੀ ਜੇ PhD ਹੋਊਗੀ ਬਹੁਤ ਹੀ ਵਧੀਆ, ਅਤੇ ਮੈਂ ਮਿਊਜ਼ਿਕ ਦਾ ਪ੍ਰੋਫੈਸਰ ਬਣਨਾ। ਦੈਟ ਵਾਜ਼ ਮਾਈ ਅਲਟੀਮੇਟ ਮੋਟਿਵ ਆਫ ਲਾਈਫ। ਮਤਲਬ ਉਸ ਤੋਂ ਅੱਗੇ ਮੈਨੂੰ ਨਾ ਕੁਛ ਨਹੀਂ ਪਤਾ ਸੀਗਾ।
ਕਿਉਂਕਿ ਜਿਹਨਾਂ ਲੋਕਾਂ ਨਾਲ ਤੁਸੀਂ ਰਹਿੰਦੇ ਆ ਤੁਸੀਂ ਉੱਦਾਂ ਦੇ ਬਣਨ ਦੀ ਕੋਸ਼ਿਸ਼ ਕਰਦੇ। ਜਦੋਂ ਤੁਸੀਂ ਕਾਲਜ ਮੈਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਹੁੰਦਾ ਸੀ, ਜਿਹੜੇ ਸਾਡੇ ਪ੍ਰੋਫੈਸਰ ਦੇ ਮੈਨੂੰ ਲੱਗਦਾ ਯਾਰ ਮਿਊਜ਼ਿਕ ਦੇ ਪ੍ਰੋਫੈਸਰ ਵਾਓ ਹੈ ਨਾ। ਹਾਂ ਅਤੇ ਮੈਨੂੰ ਮੇਰੀ ਉਹੀ ਸੀਗਾ ਜਦੋਂ ਕਿ ਮੈਂ ਡਾਕਟਰੇਟ ਸ਼ੁਰੂ ਵੀ ਨਹੀਂ ਸੀ ਕੀਤੀ, MA ਕਰਦਾ ਸੀਗਾ ਅਤੇ ਮੇਰੇ ਹੋਸਟਲ ਦੇ ਕਮਰੇ 'ਚ ਨਾ ਨਿੱਕੀ ਤੁਸੀਂ ਦੇਖੋ ਪੁਰਾਣੇ ਆਫਿਸ ਜਿਹੜੇ ਹੁੰਦੇ ਆ ਗਵਰਨਮੈਂਟ ਦੇ, ਉਹਦੇ 'ਚ ਇੱਕ ਕੀ ਕਹਿੰਦੇ ਉਹਨੂੰ ਤਿਕੋਣੀ ਫੱਟੀ ਪਈ ਹੁੰਦੀ ਹੈ ਲੱਕੜੀ ਦੀ ਹੈ ਨਾ ਟੇਬਲ 'ਤੇ, ਜਿਹਦੇ 'ਤੇ ਨੇਮ ਪਲੇਟ ਲਿਖਿਆ ਹੁੰਦਾ, ਉਹ 'ਤੇ ਮੈਂ ਪਹਿਲੇ ਲਿਖ ਲਿਆ ਡਾਕਟਰ ਸਤਿੰਦਰ, ਹਾਲਾਂਕਿ PhD ਸ਼ੁਰੂ ਵੀ ਨਹੀਂ ਹੋਈ। ਸੋ ਤੁਸੀਂ ਯੂ ਕੈਨ ਇਮੈਜਿਨ ਕਿ ਮੈਨੂੰ ਉਸੇ ਚੀਜ਼ ਦਾ ਸ਼ੌਕ ਸੀ, ਉਹਦੀ ਪੜ੍ਹਾਈ, ਉਹਦਾ ਸਾਰਾ ਕੁਛ। ਇਹ ਜਿਹੜਾ ਬੀਇੰਗ ਪਰਫੋਰਮਰ ਜਾਂ ਬੀਇੰਗ ਪੋਇਟ ਹੈ, ਇਹ ਜਸਟ ਸਡਨ ਹੈਪਨ ਹੋਇਆ ਮੇਰੇ ਨਾਲ ਕਿ ਅੱਛਾ ਯਾਰ ਤੁਸੀਂ ਸ਼ਾਇਰ, ਕਿਉਂਕਿ ਰਿਸਰਚ ਕਰਨ ਲੱਗ ਗਏ, ਸ਼ਾਇਰਾਂ ਨੂੰ ਪੜ੍ਹਨ ਲੱਗ ਗਏ, ਸ਼ਾਇਰ ਪੜ੍ਹੇ, ਖਿਆਲ, ਬਹਿਰਬੰਦੀ, ਰਦੀਫ, ਕਾਫੀਏ ਯੂ ਨੋ, ਅਤੇ ਉਹ ਸਾਰੀ ਦੀ ਸਾਰੀ ਟੈਕਨੀਕ ਆਫ ਪੋਇਟਰੀ ਹੌਲੀ ਹੌਲੀ ਤੁਹਾਡੇ ਜ਼ਹਿਨ 'ਚ ਆਉਣ ਲੱਗ ਗਈ, ਫਿਰ ਰਵਾਨੀ ਆਉਣ ਲੱਗ ਗਈ। ਫਿਰ ਕਿਉਂਕਿ ਜ਼ਹਿਨ ਤਾਂ ਤੁਹਾਡਾ ਚਲੋ ਕਿਉਂਕਿ ਪੁਸ਼ਤੈਨੀ ਹੁੰਦਾ ਕਿਤੇ ਨਾ ਕਿਤੇ, ਉਹ ਤਾਂ ਅਸਰ ਫੜਦਾ ਹੀ ਸੀ ਕਿਸੇ ਚੀਜ਼ ਦਾ, ਫਿਰ ਉਸ ਅਸਰ ਨੂੰ ਲਫ਼ਜ਼ ਮਿਲਣ ਲੱਗ ਗਏ ਅਤੇ ਇਸ ਤਰ੍ਹਾਂ ਤੁਸੀਂ ਸ਼ਾਇਰ ਹੋ ਗਏ, ਕਵੀ ਹੋ ਗਏ। ਸ਼ਾਇਰ ਹੋ ਗਏ। ਅਤੇ ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਜਦ ਵੀ ਤੁਹਾਨੂੰ ਮਿਲਦੀ ਹਾਂ ਮੈਂ ਤੁਹਾਨੂੰ ਕਹਿੰਦੀ ਹਾਂ ਤੁਸੀਂ ਸ਼ਬਦਾਂ ਦੇ ਜਾਦੂਗਰ ਤਾਂ ਹੋਈ, ਪਰ ਯੂ ਆਰ ਐਨ ਇਨਸਾਈਕਲੋਪੀਡੀਆ। In what sense? In every sense, because ਤੁਹਾਡੇ ਕਿਸੇ ਚਾਹਣ ਵਾਲੇ ਨੇ ਬੜੀ ਸੋਹਣੀ ਗੱਲ ਕਹੀ ਸੀ ਕਿ ਤੁਸੀਂ ਜਦ ਵੀ ਉਹਨਾਂ ਕੋਲ ਬੈਠੋ ਤਾਂ ਤੁਸੀਂ ਇੱਕ ਗੱਲ ਸ਼ੁਰੂ ਕਰੋ, ਉਹਨਾਂ ਕੋਲ ਪੂਰੀ ਐਕਸਪਲੇਨੇਸ਼ਨ ਹੁੰਦੀ ਹੈ ਉਸ ਗੱਲ ਦੀ। ਤੁਸੀਂ ਦੁਨੀਆ ਦੀ ਕੋਈ ਵੀ ਚੀਜ਼ ਚੱਕ ਲਓ ਅਤੇ ਉਹਨਾਂ ਦੇ ਸਾਹਮਣੇ ਬਹਿ ਜਾਓ ਐਂਡ ਹੀ ਵਿਲ ਐਲੈਬੋਰੇਟ, ਜਦ ਤੱਕ ਤੁਸੀਂ ਕਹੋਗੇ ਨਹੀਂ ਕਿ ਠੀਕ ਹੈ ਓਕੇ, ਤੁਸੀਂ ਸਾਰਾ ਕੁਛ no, ਸਮਝ ਆ ਰਹੀ ਹੈ, ਬਟ ਯੂ ਨੋ ਇਨ ਦੈਟ ਸੈਂਸ ਇਨ ਅ ਵੈਰੀ ਪੋਜ਼ੀਟਿਵ ਮੈਨਰ। ਸੋ ਆਈ ਥਿੰਕ ਉਹ ਚੀਜ਼ ਬਹੁਤ ਚੰਗੀ ਹੈ। ਥੈਂਕ ਯੂ ਫॉर ਦ ਕੰਪਲੀਮੈਂਟ ਫਸਟ ਆਫ ਆਲ, ਬਟ ਮੈਨੂੰ ਨਹੀਂ ਲੱਗਦਾ ਕਿ ਮੈਂ ਹਰ ਚੀਜ਼ ਬਾਰੇ ਜਾਣਦਾ ਜੀ, ਬਟ ਕਿਸੇ ਵੀ ਚੀਜ਼ ਬਾਰੇ ਜਿਹੜੀ ਤੁਸੀਂ ਕਦੀ ਦੇਖੀ ਹੈ ਉਹਦੇ ਬਾਰੇ ਤੁਹਾਡਾ ਆਪਣਾ ਪ੍ਰੋਸਪੈਕਟ ਜ਼ਰੂਰ ਹੋ ਸਕਦਾ। ਬਿਲਕੁਲ। ਕਈਆਂ ਨੂੰ ਲੱਗਦਾ ਕਿ ਮੈਂ ਬਹੁਤ ਪੜ੍ਹਿਆ ਹੋਇਆ, ਨਹੀਂ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ। ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਮੇਰੀ ਇੰਨੀ ਜ਼ਿਆਦਾ ਨੌਲੇਜ ਨਹੀਂ, ਜਿਹਨੂੰ ਜਨਰਲ ਨੌਲੇਜ ਕਹਿੰਦੇ ਉਹ ਮੇਰੀ ਸਭ ਤੋਂ ਘੱਟ ਆ ਜੀ, ਬਟ ਜਿੰਨੇ ਵੀ ਮੇਰੇ ਪ੍ਰੋਸਪੈਕਟਸ ਨੇ ਉਹ ਮੇਰੇ ਓਰੀਜਨਲ ਰੀਅਲ ਆਪਣੇ ਨੇ ਜੀ। ਇਹ ਇਸ ਕਰਕੇ ਤੁਹਾਨੂੰ ਲੱਗਦਾ ਹੋਣਾ ਯਾਰ ਕਿ ਇਹਨਾਂ ਨੇ ਇਸ ਚੀਜ਼ ਬਾਰੇ ਇਹ ਗੱਲ ਕਹਿ ਦਿੱਤੀ, ਇਹਨਾਂ ਨੇ ਕਿਤੇ ਪੜ੍ਹਿਆ ਹੋਣਾ, ਬਟ 90% ਜਿਹੜੀਆਂ ਮੈਂ ਗੱਲਾਂ ਜਨਰਲੀ ਕਿਸੇ ਨੂੰ ਜਵਾਬ ਦੇ ਦਿੰਦਾ ਉਹ ਮੈਂ ਪੜ੍ਹੀਆਂ ਨਹੀਂ ਹੁੰਦੀਆਂ ਕਿਤੇ, ਉਹ ਮੇਰਾ ਓਰੀਜਨਲ ਜਿਹੜਾ ਮੇਰਾ ਫੀਲ ਹੈ ਨਾ। ਫਸਟ ਕਰੋ ਤੁਸੀਂ ਕਹੋਗੇ ਕਿ ਅੱਛਾ ਇਸ ਟੇਬਲ ਬਾਰੇ ਤੁਹਾਡਾ ਕੀ ਵਿਊ ਹੈ, ਇਹ ਹੁਣ ਮੈਂ ਕਿਤੇ ਪੜ੍ਹਿਆ ਤਾਂ ਹੈ ਨਹੀਂਗਾ, ਅਤੇ ਮੈਂ ਇਹਦੇ ਕਲਰਸ ਦੀ ਕੰਬੀਨੇਸ਼ਨ ਦੀ ਗੱਲ ਸ਼ੁਰੂ ਕਰ ਦੂੰਗਾ, ਕਿਸੇ ਨੇ ਇਹਦੇ ਸਟਰਕਚਰ ਦੀ ਗੱਲ ਕਰਨੀ ਸੀ, ਕਿਸੇ ਨੇ ਇਹਦੀ ਮੇਕਿੰਗ ਦੀ ਗੱਲ ਕਰਨੀ ਸੀ ਨਾ। ਸੋ ਉਹ ਤੁਹਾਡਾ ਆਪਣੀ ਆਪਣੀ ਅਪਰੋਚ ਹੋ ਜਾਂਦੀ ਕਿਸੇ ਵੀ ਚੀਜ਼ ਬਾਰੇ। ਤੁਸੀਂ ਕਾਰ ਦੀ ਗੱਲ ਕਰੋਗੇ, ਹੋ ਸਕਦਾ ਮੈਂ ਉਸ ਕਾਰ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਾਂ, ਤੁਸੀਂ ਹੋਰ ਤਰੀਕੇ ਨਾਲ ਦੇਖੋ। ਸੋ ਜਿਹੜੀ ਉਹ ਓਨ ਪਰਸਨਲ ਇੰਸਟਿੰਕਟਿਵ ਅਤੇ ਬਹੁਤ ਹੀ ਅਪਰੋਚ ਹੈ ਨਾ ਇੱਕ ਅਲੱਗਾ, ਕਿਉਂਕਿ ਤੁਹਾਡੀ ਇੱਕ ਸ਼ਖਸੀਅਤ ਅਲੱਗਾ ਹੈ, ਤੁਹਾਨੂੰ ਤੁਸੀਂ ਦੁਨੀਆ 'ਤੇ ਆਏ ਹੋ, ਤੁਹਾਡਾ ਸੂਰਤ ਸੀਰਤ ਅਲੱਗਾ ਹੈ ਸਾਰੀ ਦੁਨੀਆ ਤੋਂ, ਇਸ ਕਰਕੇ ਤੁਹਾਡੀ ਇੱਕ ਉਹ ਜਿਹੜੀ ਅਪਰੋਚ ਹੈ ਉਹ ਵੀ ਅਲੱਗਾ ਹੀ ਹੁੰਦੀ ਹੈ। ਪਰ ਕਈ ਵਾਰੀ ਉਹਦੇ 'ਤੇ ਪਰਤਾਂ ਚੜ੍ਹ ਜਾਂਦੀਆਂ ਪੜ੍ਹਾਈ ਦੀਆਂ, ਕਿਸੇ ਲੋਕਾਂ ਦੀ, ਕਈ ਵਾਰੀ ਸੋਹਬਤ ਦੀਆਂ, ਕਈ ਵਾਰੀ ਸੰਗਤ ਦੀਆਂ, ਤੁਸੀਂ ਆਪਣੇ ਨਜ਼ਰੀਏ ਨਾਲ ਕਦੀ ਉਸ ਚੀਜ਼ ਨੂੰ ਦੇਖਦੇ ਹੀ ਨਹੀਂ। ਉਹ ਮੇਜਰ ਡਾਇਲੇਮਾ ਹੈ ਸਾਡੀ, ਮੇਰੇ ਖਿਆਲ ਹਿਊਮਨ ਰੇਸ ਦਾ। ਸੋ ਸਰਤਾਜ ਜੀ, ਤੁਹਾਡੇ ਹਰ ਇੱਕ ਲਫ਼ਜ਼ ਦੇ ਵਿੱਚ ਨਾ ਐਕਸਪ੍ਰੈਸ਼ਨ ਹੁੰਦਾ ਹੈ, ਕਦੇ ਐ ਹੋਇਆ ਵੀ ਐਕਸਪ੍ਰੈਸ਼ਨਸ ਬਹੁਤ ਸਾਰੇ ਨੇ ਪਰ ਸ਼ਬਦ ਮੁੱਕ ਗਏ? ਹੋ ਸਕਦਾ ਮੇਰੇ ਖਿਆਲ 'ਚ ਇਹਦੀ ਪੋਸੀਬਿਲਿਟੀ ਹੈਗੀ ਹੈ, ਇੰਪੋਸੀਬਲ ਵੀ ਨਹੀਂ ਹੈ। ਦੁਨੀਆ ਦੀਆਂ ਮੇਜਰ ਜਿਹੜੀਆਂ ਇਨਵੈਂਸ਼ਨਸ ਨੇ ਨਾ, ਉਹਦੇ ਵਿੱਚ ਸਭ ਤੋਂ ਵੱਡੀ ਇਨਵੈਂਸ਼ਨ ਆਫਟਰ ਹਿਊਮਨ ਸਟਰਕਚਰ, ਜੇ ਮੈਨੂੰ ਕੋਈ ਵੱਡੀ ਇਨਵੈਂਸ਼ਨ ਸਭ ਤੋਂ ਲੱਗਦੀ ਉਹ ਲੈਂਗੁਏਜ ਹੀ ਹੈ। ਹਾਂ ਅਤੇ ਇਸ ਕਰਕੇ ਲੈਂਗੁਏਜ ਦੇ ਬਿਯੋਂਡ ਚੀਜ਼ਾਂ ਤਾਂ ਹੁੰਦੀਆਂ ਨੇ, ਪਰ 99% ਚੀਜ਼ਾਂ ਨੂੰ ਤੁਸੀਂ ਲਿੰਗੁਇਸਟਿਕਲੀ ਸਮਹਾਓ ਬਿਆਨ ਕਰਨ ਦੀ, ਜੇ ਪੂਰੀ ਤਰ੍ਹਾਂ ਨਹੀਂ ਤਾਂ ਸਮਹਾਓ ਕਿਤੇ ਨਾ ਕਿਤੇ ਕਨਵੇ ਕਰਨ ਦੀ ਕੁਵਤ ਰੱਖਦੇ ਹੋ। ਇਸ ਕਰਕੇ ਲੈਂਗੁਏਜ ਦੀ ਇੰਪੋਰਟੈਂਸ ਮੇਰੇ ਲਈ ਬਲੰਟਲੀ ਕਹਾਂ ਤਾਂ ਮਿਊਜ਼ਿਕ ਤੋਂ ਵੀ ਜ਼ਿਆਦਾ ਹੈ। ਹਾਂਜੀ, ਕਿਉਂਕਿ ਹਾਲਾਂਕਿ ਮੈਂ ਸਟੂਡੈਂਟ ਮਿਊਜ਼ਿਕ ਦਾ ਹਾਂ, ਪਰ ਮੇਰੀ ਸਾਰੇ ਯਾਰਾਨੇ ਦੋਸਤੀਆਂ ਲੈਂਗੁਏਜ ਦੇ ਸਟੂਡੈਂਟ ਨਾਲ ਹੈ, ਚਾਹੇ ਉਹ ਇੰਗਲਿਸ਼ ਲਿਟਰੇਚਰ ਸੀ, ਚਾਹੇ ਪੰਜਾਬੀ ਲਿਟਰੇਚਰ ਸੀ, ਚਾਹੇ ਉਰਦੂ ਲਿਟਰੇਚਰ ਸੀ, ਚਾਹੇ ਪਰਜੀਅਨ ਲਿਟਰੇਚਰ ਸੀਗਾ। ਉਹ ਨੈਚੁਰਲ ਸੀਗਾ, ਮਤਲਬ ਮੈਂ ਬਣਾਇਆ ਨਹੀਂ ਹੈ। ਮੈਨੂੰ ਹਮੇਸ਼ਾ ਲੱਗਦਾ ਕਿ ਹਾਲਾਂਕਿ ਦੇਖੋ ਇੰਸਟਰੂਮੈਂਟਲ ਮਿਊਜ਼ਿਕ ਦੀ ਬਹੁਤ ਵੱਡੀ ਅਹਿਮੀਅਤ ਹੈ, ਪਰ ਇੰਸਟਰੂਮੈਂਟਲ ਮਿਊਜ਼ਿਕ ਦੀ ਲਿਸਨਰਸ਼ਿਪ ਤੁਸੀਂ ਵਰਲਡ 'ਚ ਜੇ ਮੇਜਰ ਕਰਨੀ ਹੋਵੇ ਤਾਂ ਪੁਆਇੰਟ ਕੁਛ ਹੋਣੀ ਹੈ। ਹਰ ਕੰਟਰੀ ਦੇ ਲੋਕ ਆਪਣੀ ਕੰਟਰੀ ਦੇ, ਮੈਕਸੀਕਨ ਲੋਕ ਸਪੈਨਿਸ਼ ਸੌਂਗ ਹੀ ਸੁਣਨਗੇ, ਪਰਜੀਅਨ ਲੋਕ ਪਰਜੀਅਨ ਸੌਂਗ ਹੀ ਸੁਣਨਗੇ, ਮੋਰੋਕੋ ਦੇ ਉਹਨਾਂ ਦਾ ਆਪਣਾ ਮਿਊਜ਼ਿਕ ਆ, ਬਟ ਉਹਦੇ ਵਿੱਚ ਲੈਂਗੁਏਜ ਜਦ ਤੱਕ ਇੰਸਰਟ ਨਹੀਂ ਹੁੰਦੀ ਉਹ ਮੋਰੋਕਨ ਤੁਸੀਂ ਉਹ ਤੁਹਾਡੇ ਲਈ ਮੋਰੋਕਨ ਹੋ ਸਕਦਾ, ਮੋਰੋਕਨ ਲੱਗੂਗਾ ਯਾਰ ਸਾਡਾ ਤਾਂ ਗਾਣਾ ਹੈ ਨਹੀਂ ਗਾ ਇਹਦੇ 'ਚ, ਹੈ ਨਾ। ਸੋ ਇਸ ਕਰਕੇ ਲੈਂਗੁਏਜ ਇੱਕ ਐਸੀ ਚੀਜ਼ ਹੈ, ਪਤਾ ਨਹੀਂ ਜਦੋਂ ਵੀ ਬਣੀ ਹੋਊਗੀ, ਬਹੁਤ ਹੈਰਾਨ ਕਰਨ ਵਾਲੀਆਂ ਚੀਜ਼ਾਂ ਨੇ ਕਿ ਯਾਰ ਕਿ ਅੱਛਾ ਮੇਜ਼ ਨੂੰ ਮੇਜ਼ ਕਿਹਨੇ ਕਿਹਾ ਹੋਏਗਾ ਅਤੇ ਕਦੋਂ ਅਤੇ ਕਿਉਂ ਕਿਹਾ ਹੋਇਆ ਹੋਵੇਗਾ, ਹੈ ਨਾ। ਅਤੇ ਪਰ ਜਿਹਨੇ ਵੀ ਕਹਿ ਤਾ ਉਹਨੇ ਇਹਨੂੰ ਮੇਜ਼ ਬਣਾ ਤਾ, ਹੁਣ ਤੁਸੀਂ ਇਹਨੂੰ ਕੁਰਸੀ ਨਹੀਂ ਬਣਾ ਸਕਦੇ, ਹੈ ਨਾ।
ਇੱਕ ਚੀਜ਼ ਡਿਫਾਈਨ ਹੋ ਗਈ ਹੈ, ਉਹ ਉਹਦੀ ਬਿਊਟੀ ਹੈ। ਕਿਉਂਕਿ ਜਦੋਂ ਚੀਜ਼ਾਂ ਬਾਰ-ਬਾਰ ਖਰੀਦੀ ਜਾਓ ਨਾ, ਉਹ ਖਰਾਬ ਵੀ ਹੋ ਜਾਂਦੀਆਂ ਨੇ। ਜਦੋਂ ਕਿਸੇ ਨੇ ਮੇਜ਼ ਕਹਿ ਦਿੱਤਾ ਦੈਟਸ ਇਟ, ਇਹ ਮੇਜ਼ ਹੀ ਹੈ, ਹੁਣ ਇਹਦਾ ਇਸਤੇਮਾਲ ਤੁਸੀਂ ਕਿੱਦਾਂ ਕਰਨਾ ਇਹ ਤੁਹਾਡੀ ਆਪਣੀ ਹੈ। ਸੋ ਇਸ ਕਰਕੇ ਜਿਵੇਂ ਅਕਥ ਕਹਾਣੀ ਪ੍ਰੇਮ ਕੀ ਕਿਹਾ ਜਾਂਦਾ ਨਾ, ਗੁਰਬਾਣੀ 'ਚ ਵੀ ਹੈ ਕਿ ਜਿਹੜਾ ਪ੍ਰੇਮ ਆ, ਮੈਨੂੰ ਲੱਗਦਾ ਮੁਹੱਬਤ ਇੱਕ ਇਹੋ ਜਿਹਾ ਫਲਸਫਾ ਆ ਜਿਹਦੇ 'ਚ ਤੁਹਾਨੂੰ ਹਰ ਵੇਲੇ ਲੱਗਦਾ ਤੁਹਾਡਾ ਮਹਿਬੂਬ ਸਾਹਮਣੇ, ਤਾਂ ਮੈਨੂੰ ਲੱਗਦਾ ਕਿ ਯਾਰ ਕਿ ਮੈਂ ਜੋ ਫੀਲ ਕਰ ਰਿਹਾ ਉਹ ਕਿਹਾ ਨਹੀਂ ਜਾ ਰਿਹਾ, ਹੈ ਨਾ। ਮੈਂ ਵੀ ਕਿਹਾ ਨਹੀਂ ਨਹੀਂ ਇਹ ਨਹੀਂ ਹੈਗਾ, ਇਸ ਤੋਂ ਜ਼ਿਆਦਾ ਆ। ਇੱਕ ਮੁਹੱਬਤ ਹੀ ਐਸਾ ਅਹਿਸਾਸ ਆ ਜਿਹਦੀ ਬਿਆਨੀ ਦੇ ਲਈ ਲਫ਼ਜ਼ ਘੱਟ ਜਾਂਦੇ ਆ, ਬਾਕੀ ਤਕਰੀਬਨ ਹਰੇਕ ਅਹਿਸਾਸ ਦੇ ਲਈ ਲਫ਼ਜ਼ ਮਿਲ ਹੀ ਜਾਂਦੇ ਆ। ਅੱਛਾ, ਮੈਂ ਜੇ ਤੁਹਾਨੂੰ ਪੁੱਛਾਂ ਤੁਹਾਡੇ ਲਈ ਮੁਹੱਬਤ ਕੀ ਹੈ? ਇਹ ਤਾਂ ਮੈਂ ਕਾਫੀ ਵਾਰੀ ਕਹਿੰਦਾ ਹੁੰਦਾ ਕਿ ਹਰ ਬੰਦੇ ਦੇ ਆਪਣੇ ਆਪਣੇ ਵੈਸੇ ਮਾਇਨੇ ਨੇ। ਇੱਕ ਵਾਰੀ ਅਸੀਂ ਇੱਕ ਕਨਵਰਸੇਸ਼ਨ ਕਰਦੇ, ਸਟੂਡੈਂਟ ਦੀ ਕੋਈ ਯੂਨੀਵਰਸਿਟੀ ਸੀਗੀ ਅਤੇ ਉੱਥੇ ਕਿਸੇ ਨੇ ਇੱਦਾਂ ਸਵਾਲ ਕੀਤਾ। ਉਹ ਕਹਿੰਦਾ ਜੀ ਅੱਛਾ, ਜਿੱਥੇ ਪਿਆਰ ਹੁੰਦਾ ਉੱਥੇ ਇਤਬਾਰ ਹੋਣਾ ਜ਼ਰੂਰੀ ਹੈ, ਜਾਂ ਜਿੱਥੇ ਇਤਬਾਰ ਹੋਵੇ ਉੱਥੇ ਪਿਆਰ ਹੋਣਾ ਜ਼ਰੂਰੀ ਹੈ? ਮੈਂ ਕਹਿੰਦੀ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ ਜੀ, ਹੈ ਨਾ। ਇਤਬਾਰ ਤੁਹਾਡਾ ਵਪਾਰ 'ਚ ਵੀ ਹੋ ਸਕਦਾ ਹੈ ਨਾ, ਜਿਹਨਾਂ ਤੁਸੀਂ ਵਪਾਰ ਕਰਦੇ ਹੋ ਤੁਹਾਡਾ ਉਹ 'ਤੇ ਇਤਬਾਰ ਹੋ ਸਕਦਾ, ਤੁਹਾਨੂੰ ਉਹਦਾ ਪਿਆਰ ਥੋੜ੍ਹਾ ਹੈ ਨਾ। ਅਤੇ ਜਿਹਦੇ ਨਾਲ ਤੁਹਾਡਾ ਪਿਆਰ ਹੈ ਜੈਨੂਅਨਲੀ, ਉਹਦੇ 'ਤੇ ਤੁਹਾਡਾ ਇਤਬਾਰ ਹੋਵੇ ਜ਼ਰੂਰੀ ਨਹੀਂ, ਉਹਨੂੰ ਤੁਹਾਡੇ 'ਤੇ ਇਤਬਾਰ ਹੋਵੇ ਜ਼ਰੂਰੀ ਨਹੀਂ ਹੈ। ਮੁਹੱਬਤ ਇੱਕ ਅਲੱਗਾ ਡੈਫੀਨੇਸ਼ਨ ਹੈ, ਉਹਦੀ ਇੱਕ ਆਪਣੇ ਆਪ 'ਚ ਹੋਲਸਮ ਇਮੋਸ਼ਨ ਆ ਉਹ। ਬਾਕੀ ਸਾਰੇ ਉਹਦੇ ਸਬ ਇਮੋਸ਼ਨਸ ਨੇ ਇਹ ਜਿੰਨੇ ਵੀ ਅਸੀਂ ਨਾਲ ਜੋੜਦੇ ਰਹਿੰਦੇ ਨਾ ਕਿ ਅੱਛਾ ਮੈਨੂੰ ਉਹ 'ਤੇ ਫੇਥ ਆ, ਮੈਨੂੰ ਉਹਦਾ ਸਤਿਕਾਰ ਆ, ਮੈਨੂੰ ਉਹਦਾ ਦਿਸ ਆ, ਦੈਟ ਆ। ਇਹ ਉਹਦੀਆਂ ਸ਼ਾਖਾਵਾਂ ਹੋ ਸਕਦੀਆਂ, ਉਹਦੀਆਂ ਹੈ ਨਾ ਸਬ ਕੌਂਟੀਨੈਂਟਸ ਹੋ ਸਕਦੇ ਆ, ਬਟ ਮੇਜਰ ਕੌਂਟੀਨੈਂਟ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਮਿਲਾ ਲੈਂਦੇ ਆ, ਐਕਚੁਅਲ ਇਸ਼ਕ ਜਿਹੜਾ, ਜਦੋਂ ਮੁਹੱਬਤ ਤੋਂ ਇਸ਼ਕ ਜਾਂਦਾ ਨਾ, ਉਹਦੇ 'ਚ ਸਾਰੀਆਂ ਚੀਜ਼ਾਂ ਐਡ ਹੋ ਜਾਂਦੀਆਂ ਨੇ। ਅਦਰਵਾਈਜ਼ ਉਹਦੀ ਇੱਕ ਆਪਣੀ ਡੈਫੀਨੇਸ਼ਨ ਹੈਗੀ ਆ ਸੈਪਰੇਟ, ਉਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਚਾਹੇ ਇਨਸਰਟ ਕਰ ਲਓ ਜਾਂ ਨਾ ਕਰ ਲਓ, ਇਹ ਤੁਹਾਡੀ ਆਪਣੀ ਅਪਰੋਚ ਹੈ। ਸੋ ਸਰਤਾਜ ਜੀ, ਅੱਜ ਕੱਲ੍ਹ ਮੁਹੱਬਤ ਦੇ ਮਾਇਨੇ ਬਦਲ ਚੁੱਕੇ ਨੇ। ਮਤਲਬ ਹਰ ਕਿਸੇ ਦਾ ਖੁਦ ਦਾ ਪੁਆਇੰਟ ਆਫ ਵਿਊ ਆ। ਮਤਲਬ ਪਹਿਲਾਂ ਇੱਕ ਸੈਲਫ ਰਿਸਪੈਕਟ ਆ ਜਾਂਦੀ ਹੈ ਕਿ ਨੋ ਮਾਈ ਸੈਲਫ ਰਿਸਪੈਕਟ ਇਜ਼ ਇੰਪੋਰਟੈਂਟ, ਉਸ ਤੋਂ ਬਾਅਦ ਸਾਰਾ ਕੁਛ ਆ। ਸੋ ਗਾਣੇ ਦੇ ਵਿੱਚ ਲੈ ਲਓ, ਮਤਲਬ ਲੋਟ ਆਫ ਐਗਜ਼ਾਮਪਲਸ ਆ ਦੇਅਰ। ਅਤੇ ਤੁਸੀਂ ਕਿਵੇਂ ਦੇਖਦੇ ਹੋ ਨਾ ਸਾਰੀਆਂ ਚੀਜ਼ਾਂ ਨੂੰ? ਜਿਹੜੀ ਪੁਰਾਣੀ ਚੀਜ਼ ਚੱਲੀ ਆ ਰਹੀ ਹੈ ਸਾਡੇ ਲਈ ਉਹ ਆਈਡੀਅਲ ਹੈ ਜੀ, ਇਹ ਚੀਜ਼ਾਂ ਉਹਦੀ ਫੋਲੋਇੰਗ ਆ ਬੇਸਿਕਲੀ। ਜਦੋਂ ਕੋਈ ਚੀਜ਼ ਐਗਜ਼ੈਕਟ ਫੋਲੋ ਨਹੀਂ ਕਰਦੀ, ਸਾਨੂੰ ਲੱਗਦਾ ਕਿ ਯਾਰ ਇਹ ਡਿਸਟੋਰਟ ਆ। ਪਰ ਬਸ਼ਰਤੇ ਇਹ ਕਹੀਏ ਕਿ ਡਿਸਟੋਰਟ ਆ, ਅਸੀਂ ਚਲੋ ਇਹ ਕਹਿ ਲੈਂਦੇ ਕਿ ਯਾਰ ਇਹਦਾ ਇੱਕ ਅਲੱਗਾ ਚੀਜ਼ ਸ਼ੁਰੂ ਹੋ ਗਈ ਹੈ। ਜਿਹੜੀ ਤੁਸੀਂ ਹੁਣ ਤੱਕ ਮੁਹੱਬਤ ਸੋਚਦੇ ਸੀਗੇ ਉਹਦਾ ਇੱਕ ਸੈਪਰੇਟ ਡਿਵੀਜ਼ਨ ਆ, ਜਿਹੜੀ ਹੁਣ ਸ਼ੁਰੂ ਹੋਈ ਹੈ ਇਹ ਮੁਹੱਬਤ ਦਾ ਹੀ ਪਾਰਟ ਹੈ, ਪਰ ਇਹਦੀ ਅਪਰੋਚ ਵੱਖਰੀ ਹੈ। ਇੱਥੇ ਇੰਡੀਵਿਜੂਅਲਿਸਟਿਕ ਅਪਰੋਚ ਦੇ ਮਾਇਨੇ ਨੇ, ਇੱਥੇ ਸੈਲਫ ਦੀ ਵੀ ਉਨੀ ਐਗਜ਼ਿਸਟੈਂਸ ਹੈ। ਜਿਹੜੀ ਪ੍ਰੀਵੀਅਸ ਮੁਹੱਬਤ ਸੀ ਉੱਥੇ ਜਿੱਦਾਂ ਮੈਂ ਕਹਿੰਦਾ ਹੁੰਦਾ ਕਿ ਸਰੈਂਡਰ ਹੀ ਸਾਰਾ ਕੁਝ ਸੀਗਾ, ਫਨਾ ਹੋ ਜਾਣਾ ਹੀ ਸਾਰਾ ਕੁਝ ਸੀਗਾ। ਕਿ ਤੁਹਾਨੂੰ ਚੰਗਾ ਲੱਗਿਆ ਫਨਾ ਹੋ ਗਏ, ਤੁਸੀਂ ਕਿਹਾ ਫਨਾ ਹੋ ਗਏ, ਤੁਸੀਂ ਸੋਚਿਆ ਅਸੀਂ ਫਨਾ ਹੋ ਗਏ। ਉਹ ਜਿਹੜੀ ਸਟੇਟ ਆਫ ਬੀਇੰਗ ਸੀਗੀ ਉਹਦੇ ਵਿੱਚ ਆਪਣਾ ਆਪ ਨਹੀਂ ਰਹਿੰਦਾ ਸੀ। ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਆਖੋ ਨਹੀਂ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ। ਉਹ ਤਾਂ ਕਹਿੰਦੇ ਕਿ ਮੇਰੀ ਐਗਜ਼ਿਸਟੈਂਸ ਕੋਈ ਨਹੀਂ ਹੈ, ਇਹੀ ਹੈ ਜੋ ਕੁਛ ਹੈ। ਹੁਣ ਇਹ ਹੈ ਕਿ ਮੇਰੀ ਵੀ ਐਗਜ਼ਿਸਟੈਂਸ ਹੈਗੀ ਨਾ। ਤੋ ਉਹ ਇਹਨੂੰ ਆਪਾਂ ਚਲੋ ਜ਼ਮਾਨੇ ਨਾਲ ਜਾਂ ਸਦੀਆਂ ਦੇ ਨਾਲ ਜਾਂ ਡੈਕੇਡਸ ਦੇ ਨਾਲ ਚੀਜ਼ਾਂ ਚੇਂਜ ਹੁੰਦੀਆਂ ਨੇ, ਤੁਹਾਨੂੰ ਇਹ ਚੀਜ਼ਾਂ ਐਕਸੈਪਟ ਕਰ ਲੈਣੀਆਂ ਚਾਹੀਦੀਆਂ। ਹੁਣ ਜਿਸ ਦੌਰ 'ਚੋਂ ਜਾਂ ਪਲੈਨਟ ਅਰਥ ਦੇ ਜਿਸ ਐਰੇ 'ਚੋਂ ਅਸੀਂ ਗੁਜ਼ਰ ਰਹੇ ਹਾਂ ਉਹਦੇ 'ਚ ਇਹ ਚੇਂਜਸ ਹੋਣੀਆਂ ਹੋ ਸਕਦਾ ਨਾਰਮਲ ਹੋਣ, ਬਿਕੋਜ਼ ਆਫ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਦਾ ਇੰਪਰੈਸ਼ਨ ਹੈ। ਤੁਸੀਂ ਅੱਜ ਉਸ ਤੋਂ ਬਿਨਾਂ ਪਲੈਨਟ ਅਰਥ ਨੂੰ ਇਮੈਜਿਨ ਨਹੀਂ ਕਰ ਸਕਦੇ। ਇਨਫੋਰਮੇਸ਼ਨ ਟੈਕਨੋਲੋਜੀ ਡਾਇਡ, ਪਲੈਨਟ ਅਰਥ ਕੋਲੈਪਸ, ਇੱਦਾਂ ਲੱਗਦਾ। ਸੋ ਉਹ ਜੇ ਐਡੀ ਵੱਡੀ ਚੀਜ਼ ਆਈ ਆ ਜਿਹਨੇ ਤਮਾਮ ਇੱਕ ਗਲੋਬ ਨੂੰ ਇੱਦਾਂ ਜੋੜ ਦਿੱਤਾ, ਉਹਦੇ ਕੁਛ ਨਾ ਕੁਛ ਤਾਂ ਕੌਨਸੀਕੁਐਂਸਿਸ ਆਉਣਗੇ ਨਾ, ਅਸਰ ਕੁਛ ਨਾ ਕੁਛ ਤਾਂ ਦਿਖਾਊਗਾ। ਸੋ ਇਹ ਉਹਦੇ ਅਸਰਾਂ ਦਾ ਇੱਕ ਅਸਰ ਹੈ ਜਿਹਦੇ 'ਚ ਬੰਦੇ ਨੂੰ ਲੱਗਦਾ ਕਿ ਯਾਰ ਠੀਕ ਹੈ ਮੈਂ ਤੇਰੇ ਲਈ ਇਹ ਕੀਤਾ, ਤੂੰ ਮੇਰੀ ਇਹ ਕਰ, ਅਸੀਂ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਕਰਾਂਗੇ ਇਹਨੂੰ, ਜਾਂ ਪਿਆਰ ਕਹਿ ਲਾ ਜਾਂ ਅੰਡਰਸਟੈਂਡਿੰਗ ਕਹਿ ਲਾ, ਜਾਂ ਜੋ ਤੁਹਾਡਾ ਜੀ ਕਰਦਾ ਉਹ ਬਣਾ ਲਓ। ਉਹ ਸਾਡੀ ਜਾਂ ਤੁਹਾਡੀ ਜਾਂ ਕਿਸੇ ਵੀ ਲਿਟਰੇਰੀ ਬੰਦੇ ਦੀ ਇਹ ਪ੍ਰੋਬਲਮ ਹੋ ਗਈ ਯਾਰ ਕਿ ਜਿਹੜਾ ਅਸੀਂ ਮੁਹੱਬਤ ਦੀ ਗੱਲ ਕਰਦੇ ਹਾਂ, ਸ਼ੀਰੀ ਤੇ ਫਰਹਾਦ ਦੀ ਗੱਲ ਕਰਦੇ ਕਿ ਯਾਰ ਉਹਨੇ ਤੇ ਇੱਕ ਛੋਟੀ ਜਿਹੀ ਥੋੜੀ ਤੀਸਰੇ ਨਾਲ ਇੱਕ ਪਰਬਤ ਪਾੜ ਦਿੱਤਾ, ਨਹਿਰ ਵਗਾ ਕੇ ਉਹਦੇ ਸ਼ਹਿਰ 'ਚ ਲੈ ਕੇ ਆਇਆ, ਕਿਉਂਕਿ ਉਹਨੇ ਕਿਤੇ ਕਿਹਾ ਹੋਣਾ ਜਾਂ ਇਮੈਜਿਨ ਕੀਤਾ ਹੋਣਾ ਜਾਂ ਖ਼ੁਆਬ ਦੇਖਿਆ ਹੋਣਾ। ਅੱਜ ਕੱਲ੍ਹ ਤਾਂ ਇਹਦਾ ਕੋਈ ਕਰ ਨਹੀਂ ਸਕਦਾ। ਇਸ ਕਰਕੇ ਤੁਸੀਂ ਉਸ ਮੁਹੱਬਤ ਨੂੰ ਇਸ ਮੁਹੱਬਤ ਨਾਲ ਕੰਪੇਅਰ ਨਾ ਕਰੋ, ਉਹਦਾ ਆਪਣਾ ਅਲੱਗਾ ਵਜੂਦ ਹੈ। ਪਰ ਜਿਸ ਜ਼ਮਾਨੇ 'ਚ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕੋਸਮੋਸ ਦੇ ਜਿਸ ਐਰੇ 'ਚੋਂ ਤੁਸੀਂ ਲੰਘ ਰਹੇ ਹੋ ਉੱਥੇ ਹਿਊਮਨ ਰੇਸ ਦੇ ਵਿੱਚ ਇਹੋ ਜਿਹੀਆਂ ਚੀਜ਼ਸ ਆ ਹੀ ਰਹੀਆਂ ਨੇ। ਤੁਸੀਂ ਇਸ ਦੇ ਵਿੱਚ ਜ਼ਿਕਰ ਕੀਤਾ ਸੋਸ਼ਲ ਮੀਡੀਆ ਦਾ। ਸੋ ਲੈਟਸ ਸੇ ਆਰ ਇੰਡਸਟਰੀ
ਕੋਈ ਜਦ ਗਾਣਾ ਬਣਾਉਂਦਾ ਹੈ ਜਾਂ ਕੋਈ ਲਿਖਦਾ ਹੈ ਜਾਂ ਉਹ ਵਿਜ਼ੂਅਲਾਈਜ਼ ਕਰਦਾ ਹੈ ਕਿ ਇਸ ਗਾਣੇ ਨੂੰ ਕਿੰਨੇ ਵਿਊਜ਼ ਮਿਲਣਗੇ, ਸੋ ਵਿਊਜ਼ ਦੇ ਅਕੋਰਡਿੰਗ ਆਪਾਂ ਗਾਣਾ ਬਣਾਉਣਾ, ਆਪਾਂ ਲਿਰਿਕਸ ਪਾਉਣੇ ਨੇ, ਸਮਥਿੰਗ ਲਾਈਕ ਦੈਟ। ਬਟ ਇਫ ਆਈ ਟਾਕ ਅਬਾਊਟ ਯੂ, ਤੁਹਾਡੇ ਗਾਣੇ 'ਚ ਸੋਲ ਹੁੰਦੀ ਆ, ਸੋ ਤੁਹਾਨੂੰ ਉਹ ਚੀਜ਼ ਪਤਾ ਹੁੰਦੀ ਆ। I think what I believe is for you it doesn't matter ਕਿੰਨੇ views ਨੇ ਕੀ ਨੇ, I know this thing, I am very sure about it, but ਉਹ soul ਤੁਹਾਨੂੰ ਪਤਾ ਹੁੰਦਾ ਹੈ ਕਿ ਯਾਰ ਇਸ ਗਾਣੇ 'ਚ ਇਹ soul ਹੈ, ਇਸ ਗਾਣੇ 'ਚ ਇਹ soul ਆ ਜਾਂ ਕਿਹੜਾ soul ਹੈ ਇਹ ਤਾਂ ਨਹੀਂ ਪਤਾ, ਪਰ ਇਸ ਗਾਣੇ 'ਚ ਕੋਈ ਅਸਰ ਹੈ ਇਹ ਮੈਨੂੰ ਲੱਗਦਾ ਹੁੰਦਾ। ਮੈਂ ਜਦੋਂ ਵੀ ਕੋਈ ਗਾਣਾ ਲਿਖਦਾ, ਗਾਣਾ ਬਣਾਉਂਦਾ ਨਹੀਂ, ਪਹਿਲੀ ਗੱਲ ਜੀ ਹੈ ਨਾ। ਬਿਗ ਡਿਫਰੈਂਸ। ਹਾਂਜੀ, ਇਹ ਮੇਜਰ ਡਿਫਰੈਂਸ ਆ। ਉਹ ਬਣ ਜਾਂਦਾ ਹੈ, ਅਸੀਂ ਉਹਨੂੰ ਰਿਕਾਰਡ ਕਰਕੇ ਪੇਸ਼ ਕਰ ਦਿੰਦੇ ਹਾਂ ਜੀ, ਉਹਦੀ ਚਲੋ ਪਿਕਚਰਾਈਜੇਸ਼ਨ ਕਰਨੀ ਪੈਂਦੀ ਹੈ ਤਾਂ ਕਿ ਉਹ ਦੁਨੀਆ ਨੂੰ ਵਿਜ਼ੂਅਲਾਈਜ਼ ਹੋ ਜਾਏ, ਪਹੁੰਚਣਾ ਸੌਖਾ ਹੋ ਜਾਏ, ਕਿਉਂਕਿ ਹੁਣ ਵਿਜ਼ੂਅਲਾਈਜੇਸ਼ਨ ਦਾ ਜ਼ਮਾਨਾ ਆ। ਹਾਲਾਂਕਿ ਮੇਰਾ ਮੰਨਣਾ, ਮੈਂ ਆਪਣੀ ਟੀਮ ਨੂੰ ਪਿਛਲੇ 1.5-2 ਸਾਲ ਤੋਂ ਲੜਦਾ ਆ ਰਿਹਾ ਯਾਰ ਕਿ ਮੈਨੂੰ ਵੀਡੀਓਜ਼ ਤੋਂ ਮਾਫੀ ਕਰੋ, ਇਕੱਲੀਆਂ ਆਡੀਓਜ਼ ਆਪਣੇ ਆਪ 'ਚ ਜਹਾਨ ਆ। ਤੁਸੀਂ ਕਿਸੇ ਨੂੰ ਆਡੀਓ ਸੁਣਾਓ, ਉਹਦੇ ਆਪਣੀ ਇਮੈਜੀਨੇਸ਼ਨਸ ਖੁੱਲਣਗੇ, ਹੈ ਨਾ, ਉਹ ਆਪਣੀ ਵਿਜ਼ੂਅਲਾਈਜ਼ ਕਰ ਲਊਗਾ। ਜਦੋਂ ਸਟੋਰੀ ਟੈਲਰਸ ਕਦੀ ਜ਼ਮਾਨਿਆਂ 'ਚ ਕਦੀ ਸੁਣਾਉਂਦੇ ਹੋਣਗੇ, ਚਾਹੇ ਤੁਸੀਂ ਅਲਿਫ ਲੈਲਾ ਨੂੰ ਸੋਚ ਲਓ, ਚਾਹੇ ਪੁਰਾਣੀਆਂ ਜਿੰਨੀਆਂ ਵੀ ਸਟੋਰੀਜ਼ ਹੈ, ਉਹ ਤੁਹਾਨੂੰ ਕੋਈ ਬੰਦਾ ਸਟੋਰੀ ਸੁਣਾਉਂਦਾ ਸੀ ਪੇਂਟ ਬੋਰਡ ਥੱਲੇ ਬੈਠ ਕੇ, ਤੇ ਤੁਹਾਨੂੰ ਸਾਰਾ ਕੁਝ ਦਿਖਦਾ ਹੁੰਦਾ ਸੀ, ਬਿਲਕੁਲ ਹੈ ਨਾ। ਹੁਣ ਕਿਉਂ ਨਹੀਂ ਹੋ ਸਕਦਾ ਉਹ? ਬਟ ਉਹ ਟੀਮ ਦੇ ਆਪਣੇ ਹੁੰਦੇ ਆ ਰੂਲਸ ਐਂਡ ਰੈਗੂਲੇਸ਼ਨਸ ਵਟਐਵਰ। ਫਿਰ ਕਹਿਣਾ ਤਾਂ ਨਹੀਂ ਚਾਹੀਦਾ। ਹੁਣ ਸਾਡਾ ਇੱਕ ਗਾਣਾ, ਮੈਂ ਕਿਹਾ ਚਲੋ ਜੇ ਤੁਸੀਂ ਇੱਦਾਂ ਕਰਨਾ ਹੀ ਆ, ਮੈਂ ਹੁਣ ਅਸੀਂ ਇੱਕ ਰੀਸੈਂਟ ਇੱਕ ਗਾਣਾ ਬਣਾਇਆ, ਉਹਦਾ ਨਾਮ ਅਸੀਂ ਰੱਖਿਆ ਪਲੈਨਟ ਪੰਜਾਬ ਜੀ, ਰੀਜੂਵੀਨੇਸ਼ਨ। ਸਾਡਾ ਐਕਚੁਅਲੀ ਵਰਲਡ ਟੂਰ ਹੈ ਜੀ, USA, ਕੈਨੇਡਾ, ਉਸ ਤੋਂ ਬਾਅਦ ਅਸੀਂ UK, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਵਰਲਡ ਟੂਰ ਦਾ ਨਾਮ ਅਸੀਂ ਰੱਖ ਲਿਆ ਰੀਜੂਵੀਨੇਸ਼ਨ ਟੂਰ, ਹੈ ਨਾ। ਅਤੇ ਉਹਦੇ ਲਈ ਇੱਕ ਗਾਣਾ ਬਣ ਗਿਆ ਸਮਹਾਉ। ਜਦੋਂ ਤੁਸੀਂ ਗੱਲਾਂ ਕਰਦੇ ਆ, ਉਹਦੇ ਵਿੱਚ ਤਮਾਮ ਦੁਨੀਆ ਦੀ ਕੰਟਰੀਜ਼ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ, ਸਪੈਸ਼ਲੀ ਸ਼ਹਿਰ, ਉਹਨਾਂ ਦਾ ਜ਼ਿਕਰ ਆ ਸਮਹਾਉ। ਚਲੋ, ਅਤੇ ਮੈਂ ਇੱਕ ਦਿਨ ਕਿਤੇ ਉਹ ਆ ਰਿਹਾ ਸੀਗਾ, ਸ਼ੂਟ ਸੀਗੀ ਸਾਡੀ ਫਿਲਮ ਦੀ, ਛੇਤੀ ਫ੍ਰੀ ਹੋ ਗਿਆ ਮੈਂ, 4 ਕੁ ਵਜੇ ਸੀਗੇ ਜੀ। ਲੁਧਿਆਣੇ ਵਾਲੇ ਪਾਸੋਂ ਆ ਰਹੇ, ਅਤੇ ਨਹਿਰ ਆਉਂਦੀ ਆ ਹੁਣ ਇੱਥੇ ਟੱਪ ਕੇ ਨਾ, ਸਨ ਦੀ ਪ੍ਰੋਪਰ ਪੋਜੀਸ਼ਨ, ਅਤੇ ਮੈਂ ਅਤੇ ਗੱਡੀ ਸਾਡਾ ਮੁੰਡਾ ਗੁਰਪ੍ਰੀਤ, ਅਤੇ ਮੈਂ ਕਿਹਾ ਯਾਰ ਗੁਰਪ੍ਰੀਤ ਆ ਬਹੁਤ ਸੋਹਣੀ ਛਾਂ ਹੈ, ਅਤੇ ਫੋਟੋ ਖਿੱਚੀਏ। ਮੈਂ ਕਿਹਾ ਯਾਰ 1 ਮਿੰਟ, ਮੈਨੂੰ ਖਿਆਲ ਆਇਆ, ਮੈਂ ਯਾਰ ਤੂੰ ਇੱਦਾਂ ਕਰ, ਸਾਡੀ ਟੀਮ ਨੇ ਮੰਨਣਾ ਤਾਂ ਹੈ ਨਹੀਂ, ਉਹਨਾਂ ਨੇ ਮੈਨੂੰ ਫਿਰ ਕਿਸੇ ਨਾ ਕਿਸੇ ਨੇ ਲੈ ਕੇ ਜਾਣਾ, ਭਾਜੀ ਇਹਦਾ ਸਿੰਕ ਕਰ ਲਓ, ਇਹਦਾ ਵੀਡੀਓ ਕਰ ਲਓ। ਮੈਂ ਕਿਹਾ ਤੂੰ ਕੈਮਰਾ ਫੜਿਆ ਹੀ ਹੋਇਆ, ਫੋਨ ਮੇਰਾ, ਮੈਂ ਕਿਹਾ ਤੂੰ ਇਹਦਾ ਵੀਡੀਓ ਔਨ ਕਰ ਲਾ। ਠੀਕ ਹੈ ਜੀ। ਦੂਸਰੇ ਫੋਨ 'ਚ ਮੈਂ ਗਾਣਾ ਚਲਾਇਆ, ਇਹ ਜਿਹੜਾ ਗਾਣਾ ਹੈ ਓਕੇ, ਉਸ ਫੋਨ 'ਤੇ ਉਹਦਾ ਮਤਲਬ ਕਿ ਅਸੀਂ ਸਾਰੇ ਗਾਣੇ ਦਾ ਵੀਡੀਓ ਸ਼ੂਟ ਕਹਿ ਲਓ ਜਾਂ ਸਿੰਕ ਕੱਢ ਲਓ। ਉਹਨੇ ਕੈਮਰਾ ਫੜਿਆ ਹੋਇਆ ਸਾਡੇ ਮੁੰਡੇ ਨੇ, ਅਤੇ ਮੈਂ ਉਹਨੂੰ ਕਹੀ ਜਾ ਰਿਹਾ ਅੱਛਾ ਇੱਥੇ ਕੱਢ ਜਾ, ਇੱਥੇ ਕੱਢ ਜਾ, ਇੱਥੇ ਕੱਢ ਜਾ, ਇੱਥੇ ਕੱਢ ਜਾ। ਉਹ ਮਤਲਬ ਉਹਨੂੰ ਸ਼ੂਟ ਕਰਕੇ ਅਸੀਂ ਐਡੀਟਰ ਨੂੰ ਫੜਾਇਆ, ਮੈਂ ਕਿਹਾ ਬਾਕੀ ਫੁਟੇਜ ਪਾ ਲਈ ਸ਼ੋਅ ਦੀ, ਆਹ ਮੇਰੇ ਵੱਲੋਂ ਤੈਨੂੰ ਉਹ ਮੈਂ ਬੈਠ ਕੇ ਕਰਾ ਕੇ। ਸੋ ਮੈਂ ਥੋੜ੍ਹਾ ਜਿਹਾ ਇਹ ਚਾਹੁੰਦਾ ਕਿ ਚਲੋ ਜੇ ਵਿਜ਼ੂਅਲਾਈਜ਼ ਕਰਨਾ ਹੀ ਹੈ ਤਾਂ ਦਿਸ ਇਜ਼ ਮਾਈ ਵਿਜ਼ੂਅਲਾਈਜੇਸ਼ਨ, ਹੈ ਨਾ। ਕਿ ਤੁਸੀਂ ਦਰਿਆਵਾਂ ਦੀ ਗੱਲ ਕਰਦੇ ਆ, ਅਸੀਂ ਆਸਟ੍ਰੇਲੀਆ ਗੁਰਮੁਖੀ ਦਾ ਬੇਟਾ ਸ਼ੂਟ ਕੀਤਾ, ਉਹ ਓਸ਼ਨ ਦਾ ਕਿਨਾਰਾ ਸੀਗਾ। ਅਸੀਂ ਸਰੀ ਜਾਂਦੇ ਹਾਂ, ਫਰੇਜ਼ਰ ਰਿਵਰ 'ਤੇ ਸਾਡੀ ਵੀਡੀਓ ਸ਼ੂਟ ਹੁੰਦੇ ਨੇ। ਮੈਂ ਕਿਹਾ ਯਾਰ ਪਾਣੀ ਦੁਨੀਆ 'ਤੇ ਇੱਕੋ ਜਿਹਾ ਹੀ ਹੈ, ਜ਼ਮੀਨ ਇੱਕੋ ਜਿਹੀ ਆ, ਮੈਂ ਰਿਪਰਜੈਂਟ ਹੀ ਕਰਨਾ ਨਾ ਸਾਰੀਆਂ ਚੀਜ਼ਾਂ ਨੂੰ। ਮੈਂ ਇੱਥੇ ਬੈਠ ਕੇ ਕਰੂੰਗਾ ਕਿ ਮੈਨੂੰ ਤਾਂ ਫਰੇਜ਼ਰ ਚਨਾਬ ਜਿਹਾ ਲੱਗਦਾ ਹੈ, ਸੱਚ ਪੁੱਛੋ ਦੂਸਰਾ ਪੰਜਾਬ ਜਿਹਾ ਲੱਗਦਾ ਹੈ। ਸੋ ਇੱਦਾਂ ਮੈਂ ਕੀਤੀ ਹੈ ਰੀਸੈਂਟਲੀ। ਇਹਨੂੰ ਤੁਸੀਂ ਐਕਸਪੈਰੀਮੈਂਟ ਵੀ ਕਹਿ ਸਕਦੇ ਹਾਂ ਜਾਂ ਈਜ਼ ਵੀ ਕਹਿ ਸਕਦੇ ਹਾਂ। ਮੈਨੂੰ ਲੱਗਦਾ ਕਿ ਜਿਹੜੀ ਇਨੋਵੇਸ਼ਨ ਅਤੇ ਕ੍ਰੀਏਟੀਵਿਟੀ ਵਿੱਚ ਈਜ਼ ਹੁੰਦੀ ਆ, ਉਹ ਸਭ ਤੋਂ ਜ਼ਿਆਦਾ ਖੂਬਸੂਰਤੀ ਨਾਲ ਫੈਲਦੀ, ਉਹ ਬਲੌਜ਼ਮਿੰਗ ਹੁੰਦੀ ਹੈ। ਸੋ ਜਿਹੜੀ ਤੁਸੀਂ ਵਿਊਜ਼ ਦੀ ਗੱਲ ਕੀਤੀ ਹੈ, ਆਈ ਜੈਨੂਅਲੀ ਮੈਨੂੰ ਤਾਂ ਜਿਹੜਾ ਜੀਅ ਕਰਦਾ ਜੀ ਉਹ ਗਾਣਾ ਬਣਾ ਲਈਦਾ ਕਿ ਅੱਛਾ ਇਹ ਬਣਾਇਆ, ਜਿਹਨੇ ਲੈਣਾ ਲੈ ਲਓ, ਨਹੀਂ ਹੋਊਗਾ ਜਿਸ ਫਿਰਦੌਸ ਇਨਕੋਰਪੋਰੇਸ਼ਨ ਜਾਂ ਫਿਰਦੌਸ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਉਹਦਾ ਨੇ ਰਿਲੀਜ਼ ਕਰ ਦੇਣਾ। ਕਿਹੜੇ ਵਿਊਜ਼ ਹੋਏ ਨਹੀਂ ਹੋਏ, ਦੈਟ ਉਹਨਾਂ ਦਾ ਆਪਣਾ ਮਸਲਾ ਹੈ, ਮੈਨੂੰ ਨਹੀਂ ਬੋਦਰ ਕਰਦਾ ਉਹ ਕੋਈ ਵੀ ਚੀਜ਼। ਪਰ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਯਾਰ ਜਿਵੇਂ ਦਹਲੀਜ਼ ਵਰਗਾ ਗਾਣਾ ਆ, ਮੈਂ ਜਾ ਕੇ ਅਸੀਂ ਵੇਲਜ਼ ਸ਼ੂਟ ਕੀਤਾ। ਇੱਕ ਸਾਡਾ ਗਾਣਾ ਆਊਗਾ ਮੇਰਾ ਜਿਹੜਾ ਅੱਜ ਤੱਕ ਦੀ ਜ਼ਿੰਦਗੀ ਦਾ, ਹੁਣ ਤੱਕ ਜਿੰਨੇ ਮੈਂ ਗੀਤ ਕੀਤੇ ਆ, ਪਹਿਲਾਂ ਮੇਰਾ ਜਲਸਾ ਫੇਵਰਟ ਸੀ, ਫਿਰ ਮੇਰਾ ਰਸੀਦ ਫੇਵਰਟ ਹੋਇਆ, ਫਿਰ ਮੇਰਾ ਔਜ਼ਾਰ ਫੇਵਰਟ ਹੋਇਆ, ਅਤੇ ਹੁਣ ਉਹ ਜਦੋਂ ਗਾਣਾ ਆਊਗਾ ਮੈਨੂੰ ਲੱਗਦਾ ਵੀ ਹੁਣ ਤੱਕ ਦੀ ਪੋਇਟਰੀ ਜਿੰਨੀ ਵੀ ਮੈਂ ਕੀਤੀ ਉਹ ਮੋਸਟ ਪ੍ਰੋਫਾਊਂਡ, ਮੋਸਟ ਕੰਟੈਂਟ, ਮੋਸਟ ਗਰਾਊਂਡਡ, ਮੋਸਟ ਬਿਊਟੀਫੁਲ ਪੋਇਟਿਕ ਐਂਡ ਕੰਪੋਜੀਸ਼ਨ ਵਾਈਜ਼ ਉਹ ਸੌਂਗ ਹੈ। ਉਹਦਾ ਨਾਮ ਹੈ ਨਾਦਾਨ ਜਹੀ ਆਸ। ਉਹ ਅਸੀਂ ਸ਼ੂਟ ਕੀਤਾ ਇੱਥੇ, ਜੇ ਤੁਹਾਨੂੰ ਫਰੇਮ 'ਚ ਦੇਖ ਲਓ ਤੁਹਾਡੇ ਪਿੱਛੇ ਰਾਇਲ ਅਲਬਰਟ ਹਾਲ ਲੰਡਨ ਦੀ ਪਿਕਚਰ ਹੈ ਜੀ, ਇਹ 2 ਮਈ ਦੀ 2014 ਦੀ।
ਐਮਪਟੀ ਹੈ ਇਹ, ਤੇ ਇੱਥੇ ਅਸੀਂ ਉਹਦਾ ਵੀਡੀਓ ਸ਼ੂਟ ਕੀਤਾ ਤੇ ਅਸੀਂ ਜੀ। ਪਹਿਲੇ ਉਹ ਫਨਕਾਰ ਹਾਂ, ਵਾਹਿਦ ਕਹਿ ਲਓ, ਬਿਲਕੁਲ। ਖੁਸ਼ਨਸੀਬ ਕਹਿ ਲਓ, ਜਿਨ੍ਹਾਂ ਨੂੰ ਇਹ ਪ੍ਰਿਵਿਲੇਜ ਮਿਲਿਆ ਜਾਂ ਇਹ ਆਨਰ ਮਿਲਿਆ, ਜਿਨ੍ਹਾਂ ਨੇ ਸਾਨੂੰ ਅਲਾਓ ਕਰਤਾ ਇੱਥੇ ਵੀਡੀਓ ਸ਼ੂਟ ਕਰਨਾ। ਤੇ ਹੁਣ ਨੈਕਸਟ ਈਅਰ ਸਾਡਾ 6th of March ਨੂੰ ਇੱਥੇ ਹੀ ਕੌਨਸਰਟ ਆ। ਸੋ ਉਹ ਸਾਰੀਆਂ ਚੀਜ਼ਾਂ ਕੋਰਿਲੇਟ ਜਿਹੀਆਂ ਹੋ ਜੀ। ਜਾਂਦੀਆਂ। ਸੋ ਮੈਂ ਇਸ ਤਰ੍ਹਾਂ ਬੀਇੰਗ ਅ ਕ੍ਰੀਏਟਿਵ ਆਰਟਿਸਟ ਮੈਂ ਉਹਨੂੰ ਜਿਉਂਦਾ ਵੀ ਹਾਂ, ਉਹਨੂੰ ਮਾਣਦਾ ਵੀ ਹਾਂ। ਕਈ ਵਾਰੀ ਬੰਦੇ ਅਕੰਪਲਿਸ਼ ਬਹੁਤ ਕਰ ਲੈਂਦੇ, ਸਕਸੈਸ ਬਹੁਤ ਹੋ ਜਾਂਦੇ ਆ, ਪਰ ਉਹ ਅੱਗੇ ਅੱਗੇ ਤੁਰੇ ਰਹਿੰਦੇ ਆ, ਉਹ ਚੀਜ਼ ਨੂੰ ਚੈਰਿਸ਼ ਨਹੀਂ ਕਰਦੇ। ਬਿਲਕੁਲ। ਤੇ ਇਹ ਮੇਜਰ ਡਿਲੇਮਾ ਹੈ ਸਾਡੇ ਯੂਥ ਦਾ ਖਾਸ ਜੀ, ਤੌਰ ਤੇ, ਕਿ ਜੀ। ਅਸੀਂ ਹੋਰ ਚੱਲਦੇ ਰਹਿੰਦੇ ਆ। ਇਹ ਨਹੀਂ ਸੋਚਦੇ ਕਿ ਯਾਰ ਇੱਥੇ ਪਹੁੰਚਣ ਲਈ ਅਸੀਂ ਬਹੁਤ ਮਿਹਨਤ ਕੀਤੀ ਆ, ਹੁਣ ਇੱਥੇ ਪਹੁੰਚੇ ਆ ਤੇ ਇਹਨੂੰ ਜੀਵੀਏ, ਇਹਨੂੰ ਦੇਖੀਏ ਆਲਾ ਦੁਆਲਾ। ਸੋ ਉਹ ਜ਼ਰੂਰੀ ਹੈ ਐਗਜ਼ੈਕਟਲੀ, ਆਈ ਥਿੰਕ ਇਹੀ ਪੁਆਇੰਟ ਹੈ ਜਿੱਥੇ ਅੱਜ ਕੱਲ੍ਹ ਹਰ ਕੋਈ ਲੈਕ ਕਰਦਾ, ਐਂਡ ਦੈਟਸ ਵਾਈ ਦੇ ਆਰ ਨਾਟ ਹੈਪੀ। ਐਕਚੁਅਲੀ ਸਤਿੰਦਰ ਜੀ, ਜਦ ਗੱਲ ਹੋਈ ਕਿ ਵਿਜ਼ੂਅਲਾਈਜ਼ ਐਂਡ ਆਲ, ਤੁਸੀਂ ਸਾਰਾ ਐਕਸਪਲੇਨ ਕਰਤਾ। ਤੁਹਾਡੀ ਫਿਲਮ ਆਈ ਜਿਹੜੀ ਇੱਕੋ ਮਿੱਕੇ, ਜੋ ਕਿ ਦੁਬਾਰਾ ਜ਼ਾਹਿਰ ਜੀ ਗੱਲ ਆ ਰਹੀ ਹੈ, ਐਂਡ ਆਈ ਐਮ ਸ਼ੋਰ ਤੁਹਾਡੇ ਫੈਨਸ ਬਹੁਤ ਖੁਸ਼ ਨੇ ਉਸ ਚੀਜ਼ ਨੂੰ ਦੇਖ ਕੇ ਕਿ ਦੁਬਾਰਾ ਉਹ ਦੇਖਣਗੇ ਵੱਡੇ ਪਰਦੇ 'ਤੇ। ਸੋ ਇਹ ਮੇਰਾ ਪਰਸਨਲ ਸਵਾਲ ਆ ਕਿ ਰੋਮਾਂਟਿਕ ਫਿਲਮਾਂ ਤੇ ਗੱਲ ਵਿਜ਼ੂਅਲਾਈਜ਼ ਕਰਨ ਦੀ ਹੋ ਰਹੀ ਆ, ਸੋ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਔਨ ਕੈਮਰਾ ਲਾਈਕ ਵੱਡੇ ਪਰਦੇ 'ਤੇ ਰੋਮਾਂਟਿਕ ਸੀਨ ਕਰਨਾ ਤੁਸੀਂ ਕੰਫਰਟੇਬਲ ਸੀ? ਮਤਲਬ ਇਹ ਮੇਰਾ ਪਰਸਨਲ ਸਵਾਲ ਆ, ਆਈ ਜਸਟ ਵਾਂਟ ਟੂ ਆਸਕ ਯੂ ਦਿਸ। ਦੇਖੋ, ਕਈ ਚੀਜ਼ਾਂ ਦੇ ਵਿੱਚ ਕੰਫਰਟ ਨਾਲੋਂ ਤੁਹਾਡੀ ਕਮਿਟਮੈਂਟ ਟੂ ਯੋਰ ਆਰਟ ਜ਼ਿਆਦਾ ਮੈਟਰ ਕਰਦੀ ਹੈ। ਸਮਟਾਈਮਸ ਹੋ ਸਕਦਾ ਕਈ ਵਾਰੀ ਸਟੇਜ 'ਤੇ ਵੀ ਤੁਸੀਂ ਬੈਕ ਸਟੇਜ ਥੱਕੇ ਵੀ ਹੁੰਦੇ ਆ, ਤੁਹਾਡਾ ਮੂਡ ਵੀ ਠੀਕ ਨਹੀਂ ਹੁੰਦਾ, ਪਰ ਤੁਹਾਡੀ ਕਮਿਟਮੈਂਟ ਹੁੰਦੀ ਹੈ। ਜਿਹੜੇ ਲੋਕ ਇੰਨੀ ਚੱਲ ਕੇ ਆਏ ਹੋਏ ਆ, ਤੁਹਾਡਾ ਫਰਜ਼ ਹੈ ਜ਼ਾਤੀ ਅਖਲਾਕੀ ਕਿ ਤੁਸੀਂ ਉਹਨਾਂ ਨੂੰ ਐਂਟਰਟੇਨ ਕਰਕੇ ਹੀ ਭੇਜੋ। ਇਸੇ ਤਰ੍ਹਾਂ ਜਦੋਂ ਫਿਲਮ ਹੁੰਦੀ ਹੈ, ਉਹਦੇ ਵਿੱਚ ਮੈਨੂੰ ਤਾਂ ਲੱਗਦਾ ਟਫੈਸਟ ਬਿਜ਼ਨਸ ਹੈ ਫਿਲਮ ਮੇਕਿੰਗ ਜਿਹੜੀ ਹੈ ਨਾ। ਕਿੰਨੇ ਲੋਕ ਉਹਦੇ 'ਚ ਇਨਵੋਲਵ ਹੁੰਦੇ ਆ, ਕਿਸੇ ਇੱਕ ਵੀ ਚੀਜ਼ ਦਾ ਡਿਲੂਟ ਹੋਣਾ ਸਾਰਾ ਡੇ ਖਰਾਬ ਕਰ ਸਕਦਾ। ਜੇ ਤੁਹਾਡਾ ਕਾਸਟਿਊਮ ਖਰਾਬ ਹੈ ਤੇ ਅਗਲੇ ਦਿਨ ਜਾਓ, ਜਿਵੇਂ ਬਲੈਕ ਪ੍ਰਿੰਸ ਵੇਲੇ ਤਾਂ ਸਾਨੂੰ ਬਹੁਤ ਹੀ ਮੁਸ਼ਕਿਲ ਹੁੰਦੀ ਸੀ, ਹਿਸਟੋਰੀਕਲ ਪੀਰੀਅਡ ਡਰਾਮਾ ਸੀਗਾ, ਇਹਦੇ 'ਚ ਇੰਨਾ ਨਹੀਂ ਸੀਗਾ ਐਕਚੁਅਲੀ। ਤੇ ਇਹ ਤਾਂ ਫਿਲਮ ਜਦੋਂ ਅਸੀਂ, ਮੈਨੂੰ ਸੀਗਾ ਕਿ ਯਾਰ ਕੋਈ ਵੀ ਫਿਲਮ ਕਰਨੀ ਹੈ ਨਾ, ਕੰਟੈਂਪਰੇਰੀ ਕਰਨੀ, ਇੱਕ ਤਾਂ ਇੱਥੇ ਆਪਣੇ ਸ਼ਹਿਰ 'ਚ ਹੀ ਕਰਨੀ, ਚੰਡੀਗੜ੍ਹ, ਬਸ ਇੱਦਾਂ ਕਰਨੀ ਹੈ ਕਿ ਜਦੋਂ ਜੀ ਕੀਤਾ ਕੈਮਰਾ ਔਨ ਕਰ ਲਿਆ, ਜਦੋਂ ਜੀ ਕੀਤਾ ਆਫ ਕਰ ਲਿਆ। ਪਾਸ਼ਾ ਸਾਡਾ ਮੁੰਡਾ ਜਿਹੜਾ ਪੰਕਜ ਵਰਮਾ, ਪਾਸ਼ਾ ਕਹਿੰਦਾ ਮੈਂ ਉਹਨੂੰ, ਰਾਈਟਰ ਡਾਇਰੈਕਟਰ ਸੀਗਾ। ਕੁਛ ਸੀਨ ਉਹਦੇ ਇੱਥੇ ਦੇ ਹੀ ਹੈ ਜੀ, ਸਾਡੇ ਕਿ ਘਰ ਇਨਰ ਸਾਈਡ ਘਰ ਕਰ ਲਿਆ, ਬਾਹਰਲਾ ਘਰ ਦਿਖਾਉਣਾ ਸੀ, ਨਾਲ ਦਾ ਘਰ ਕਰ ਲਿਆ, ਹੈ ਨਾ। ਅਤੇ ਆਫਿਸ ਦਿਖਾਉਣਾ ਸੀ ਸਾਡੇ ਕਿਸੇ ਨਿਊਯਾਰਕ ਦੇ ਦੋਸਤ ਨੇ, ਉਹਨਾਂ ਦਾ ਇੱਥੇ IT ਪਾਰਕ ਦੇ ਵਿੱਚ ਪੂਰੀ ਬਿਲਡਿੰਗ ਸੀ, ਉਹ ਕਰ ਲਈ। PU ਆਪਣੇ ਘਰ ਦੀ ਹੈ, ਉੱਥੇ ਦੇ ਸ਼ਾਟ ਹੋ ਗਏ। ਲੇਕ 'ਤੇ ਐਡਮਿਨਿਸਟ੍ਰੇਸ਼ਨ ਨਾਲ ਤੁਹਾਡੀ ਚਲੋ ਵਧੀਆ ਵਾਕਫੀਅਤ ਹੈ। ਸੋ ਅਸੀਂ ਫਿਲਮ ਇੱਦਾਂ ਬਣਾਈ ਸੀਗੀ ਕਿ ਬਸ ਫਨ ਵੀ ਨਹੀਂ ਕਹਿ ਸਕਦੇ, ਫਨ ਤੋਂ ਵੀ ਜਿਹੜੀ ਰਿਲੈਕਸ ਕੋਈ ਚੀਜ਼ ਹੁੰਦੀ ਹੈ, ਇਸ ਤਰ੍ਹਾਂ ਕੰਫਰਟ ਜ਼ੋਨ ਦੇ ਵਿੱਚ। ਹਾਂਜੀ। ਸੋ ਉੱਥੇ ਕੁਛ ਇੱਦਾਂ ਟਫ ਨਹੀਂ ਸੀਗਾ। ਔਰ ਅਦਿੱਤੀ ਇੰਨੀ ਜ਼ਿਆਦਾ, ਇੱਕ ਤਾਂ ਉਹਨਾਂ ਦਾ ਐਕਸਪੀਰੀਅੰਸ ਬਹੁਤ ਹੈ, ਇੱਕ ਇੰਨੀ ਕੋਆਪਰੇਟਿਵ ਕੋ ਐਕਟਰ ਹੈ ਉਹ, ਹੈ ਨਾ, ਬਹੁਤ ਹੀ ਫਨ ਲਵਿੰਗ ਜਾਂ ਕੁਛ, ਮਤਲਬ ਤੁਹਾਨੂੰ ਲੱਗਦਾ ਨਹੀਂ ਕਿ ਯਾਰ ਕੋਈ ਬਹੁਤ ਵੱਡੀ ਸ਼ਖਸੀਅਤ ਬੈਠੀ ਆ, ਉਹ ਤੁਹਾਡੇ ਨਾਲ ਇੱਦਾਂ ਹੀ ਹੋ ਜਾਂਦੇ, ਇੱਕੋ ਮਿੱਕੇ ਹੀ ਹੋ ਜਾਂਦੇ ਆ। ਅਤੇ ਬਹੁਤ ਹੀ ਜ਼ਿਆਦਾ, ਮੈਂ ਤਾਂ ਕਹੂੰਗਾ ਬਹੁਤ ਜ਼ਿਆਦਾ ਕੰਫਰਟੇਬਲ ਸੀਗਾ ਅਤੇ ਈਜ਼ੀ ਸੀਗਾ ਜੀ। ਤੇ ਹੁਣ ਨੈਕਸਟ ਵੀ ਪ੍ਰੋਜੈਕਟ ਜਿਹੜਾ ਅਨਾਊਂਸ ਹੋ ਚੁੱਕਾ ਹੈ, ਕਲੀ ਜੋਟਾ, ਤੇ ਉਹ ਇਟ ਇਜ਼ ਵਿਦ ਨੀਰੂ ਬਾਜਵਾ। ਹਾਂਜੀ। ਸੋ ਉਹ ਐਕਸਪੀਰੀਅੰਸ ਮੈਂ ਜ਼ਰੂਰ ਜਾਣਨਾ ਚਾਹਾਂਗੀ ਉਹਨਾਂ ਨਾਲ ਕੰਮ ਕਰਨ ਦਾ। ਓਬਵੀਅਸਲੀ ਉਹਦੇ ਵਿੱਚ ਤਾਂ ਮੈਂ ਐਜ਼ ਐਨ ਐਕਟਰ ਹੀ ਹੈਗਾ, ਉਹਦੇ ਵਿੱਚ ਮੇਰੀ ਹੋਰ ਇਨਵੋਲਵਮੈਂਟਸ ਇੱਦਾਂ ਨਹੀਂ। ਓਬਵੀਅਸਲੀ ਮਿਊਜ਼ਿਕ ਚਲੋ ਮੈਂ ਪੋਇਟਰੀ, ਗੀਤ ਬਣਾਉਣੇ ਨੇ, ਲਿਖਣੇ ਨੇ ਅਤੇ ਕੰਪੋਜ਼ ਕਰਨੇ ਨੇ, ਬੀਟ ਨੇ ਉਹਦਾ ਮਿਊਜ਼ਿਕ ਕੀਤਾ, ਉਹਨਾਂ ਕੁ ਮੇਰਾ ਕੰਫਰਟ ਜ਼ੋਨ ਹੈਗਾ ਉਹਦੇ 'ਚ ਕਿ ਅੱਛਾ ਯਾਰ ਗਾਣੇ ਤੁਸੀਂ ਅਕੋਰਡਿੰਗ ਬਣਾ ਲਓਗੇ। ਦਾਰੂ ਅਜੇ ਵਿਜੇ ਕੁਮਾਰ ਅਰੋੜਾ ਜੀ ਉਹਦੇ ਡਾਇਰੈਕਟਰ ਨੇ, ਉਹ ਮੈਨੂੰ ਕਈ ਵਾਰੀ ਸ਼ਾਰਟ ਪਹਿਲਾਂ ਸ਼ੂਟ ਹੋ ਜਾਂਦਾ ਅਤੇ ਫਿਰ ਮੈਂ ਕਹਿੰਦੇ ਸਰਤਾਜ ਜੀ ਐਸਾ ਹੈ ਕਿ ਐਸਾ ਕਰ ਰਹੇ ਹੈ, ਉਸ ਗਾਣੇ ਮੇਂ ਐਸਾ ਕੁਛ ਹੋ ਸਕਤਾ ਹੈ। ਫਿਰ ਮੈਂ ਕਹੂੰਗਾ ਜੀ ਠੀਕ ਹੈ। ਫਿਰ ਮੈਂ ਉਹਨਾਂ ਦਾ, ਇਹ ਵੀ ਮੈਨੂੰ ਚੰਗਾ, ਵੈਸੇ ਇੱਕ ਫਨ ਲੱਗਦਾ ਹੈ ਤਾਂ ਕਿ ਕੋਈ ਡਾਇਰੈਕਟਰ ਤੁਹਾਨੂੰ ਉਹਨੇ ਨਰੇਸ਼ਨ ਦਿੱਤੀ ਕਿ ਇਹ ਸੀਨ, ਹਾਲਾਂਕਿ ਸੀਨ ਤਾਂ ਮੈਂ ਹੀ ਕੀਤਾ, ਉਸ ਪਤਾ ਹੀ ਓਬਵੀਅਸਲੀ ਕੀ ਹੈ ਸੀਨ। ਅਤੇ ਉਹਦੇ ਵਿੱਚ ਗਾਣਾ ਹੈ ਜਿਹੜਾ ਕਿ ਮੈਨੂੰ ਬਹੁਤ ਹੀ ਪਸੰਦ ਹੈ। ਉਹਦੇ ਵਿੱਚ ਅਸੀਂ ਪਹਿਲਾਂ 4 ਅੰਤਰੇ ਸੀਗੇ, ਹੌਲੀ ਹੌਲੀ ਉਹਦੇ ਸੀਨ ਵਧੀ ਗਏ, ਉਹਦੇ ਅੰਤਰੇ ਵਧੀ ਗਏ। ਮੈਂ ਬਿਲਕੁਲ ਐਗਜ਼ੈਕਟ ਅੰਤਰੇ ਨੂੰ ਪੋਰਟਰੇ ਕਰਤਾ ਲਫ਼ਜ਼ਾਂ, ਜਿੱਦਾਂ ਤੁਸੀਂ ਕਹਿੰਦੇ ਕਿ ਲਫ਼ਜ਼ ਬਹੁਤ ਵੱਡੀ ਚੀਜ਼ ਹੁੰਦੀ ਹੈ, ਲੈਂਗੁਏਜ ਬਹੁਤ ਵੱਡੀ ਚੀਜ਼ ਹੈ। ਅਤੇ ਉਹ ਇੰਨੇ ਸੋਹਣੇ ਪੋਰਟਰੇ ਹੋਏ, ਉਹ ਇੱਦਾਂ ਲੱਗਦਾ ਕਿ ਸਾਰਾ ਗਾਣਾ ਇੱਕ ਧਾਗੇ 'ਚ ਪਹਿਲਾਂ ਹੀ ਬਣਿਆ ਹੋਇਆ ਸੀਗਾ। ਸੋ ਉਹਦਾ ਇੱਕ ਇਹ ਖੂਬੀ ਸੀਗੀ ਨੀਰੂ ਜੀ ਹੋਣਾ ਨਾਲ ਓਬਵੀਅਸਲੀ, ਕਿ ਉਹਨਾਂ ਦੀ, ਮੇਰੇ ਤੋਂ ਤਾਂ ਉਹ, ਮਤਲਬ ਮੈਂ ਜਿੰਨੇ ਗਾਣੇ ਕੀਤੇ ਹੋਣੇ ਉਹਨੀਆਂ ਫਿਲਮਾਂ ਕੀਤੀਆਂ ਹੋਣੀਆਂ, ਅਤੇ ਉਹਨਾਂ ਦਾ ਤਜਰਬਾ ਬਹੁਤ ਹੈ, ਉਹਨਾਂ ਦਾ ਔਰਾ ਬਹੁਤ ਸਟਰੋਂਗ ਹੈ। ਮੇਰੀ ਇਹ ਤੀਸਰੀ ਫਿਲਮ ਹੈ ਜੀ, ਅਤੇ ਉਹ ਟਿਪਸ ਵੀ ਦਿੰਦੇ ਰਹਿੰਦੇ ਕਿ ਅੱਛਾ ਜੇਕਰ ਇੱਦਾਂ ਹੋਊਗਾ ਤੁਸੀਂ ਇੱਦਾਂ ਕਰ ਲਿਓ, ਇੱਦਾਂ ਕਰ ਦਿਓ, ਇੱਦਾਂ ਕਰ ਲਿਓ। ਅਤੇ ਮੈਂ ਬਹੁਤ ਓਬੀਡੀਐਂਟ ਐਕਟਰ ਹਾਂ, ਅਤੇ ਮੈਂ ਡਾਇਰੈਕਟਰ ਦੀ ਵੀ ਸੁਣਦਾ, ਕੋ ਐਕਟਰ ਦੀ ਵੀ ਸੁਣਦਾ, ਹਰ ਇੱਕ ਬੰਦੇ ਦੀ ਹੀ ਸੁਣਦਾ ਕਿ ਯਾਰ ਇਹਨਾਂ ਨੂੰ ਜ਼ਿਆਦਾ ਪਤਾ ਹੋਣਾ, ਕਿਉਂਕਿ ਮੈਂ ਸੈੱਟ 'ਤੇ ਇੰਨਾ ਨਹੀਂ ਜ਼ਿਆਦਾ ਰਿਹਾ। ਸਟੇਜ ਮੇਰਾ ਪੈਸ਼ਨ, ਲਵ ਸਾਰਾ ਕੁਛ ਹੈ। ਫਿਲਮਸ ਮੇਰੀ ਡਿਜ਼ਾਇਰ ਵੀ ਨਹੀਂ ਹੈ,
ਤੇ ਜੈਨੂਅਲੀ ਕਹਾਂ ਤੇ ਮੈਂ ਫਿਲਮ ਮੇਕਿੰਗ ਇੰਨੀ ਇੰਜੋਏ ਵੀ ਨਹੀਂ ਕਰਦਾ। ਓਕੇ। ਮੈਨੂੰ ਇਹ ਹੁੰਦਾ ਕਿ ਮੈਂ ਸਟੇਜ 'ਤੇ ਰਹਾਂ ਬਸ। ਜੇ ਤੁਸੀਂ ਬਹੁਤ ਹੀ ਤੁਹਾਨੂੰ ਇੱਕ ਪ੍ਰੋਫਾਊਂਡ ਸਬਜੈਕਟ ਮਿਲ ਗਿਆ ਜਾਂ ਡਾਇਰੈਕਟਰ ਜਾਂ ਵਟਐਵਰ, ਜਿੱਦਾਂ ਇਹ ਫਿਲਮ ਦਾ ਸਬਜੈਕਟ ਓਬਵੀਅਸਲੀ ਨੀਰੂ ਜੀ ਉਹਨਾਂ ਦੀ ਆਪਣੀ ਪ੍ਰੋਡਕਸ਼ਨ ਹੈ, ਉਹਨਾਂ ਦੀ ਕਾਲ ਸੀਗੀ, ਤੁਸੀਂ ਵੈਸੇ ਵੀ ਨਹੀਂ ਮੋੜ ਸਕਦੇ। ਦਾਦੂ ਸੀਗੇ, ਵਾਮਿਕਾ ਸੀਗੀ, ਸਾਰੇ ਸੀਗੇ। ਸੋ ਮੈਂ ਕਿਹਾ ਕਿ ਮੈਂ ਮੈਨੇਜ ਕਰਦਾ ਸਮਹਾਉ ਐਨੀਵੇ। ਅਤੇ ਬਟ ਮੈਨੂੰ ਇਹ ਲੱਗਦਾ ਕਿ ਦਾਦੂ ਨੇ ਵੀ ਇਹ ਕਿਹਾ, ਮਤਲਬ ਵਿਜੇ ਕੁਮਾਰ ਅਰੋੜਾ ਨੂੰ ਦਾਦੂ ਕਹਿੰਦੇ ਆ ਸਾਰੇ, ਕਿ ਉਹ ਕਹਿੰਦੇ ਕਿ ਮੇਰੀ ਵੀ ਜ਼ਿੰਦਗੀ ਦੀ ਇਹ ਮੈਨੂੰ ਲੱਗਦਾ ਸਭ ਤੋਂ ਬਿਹਤਰੀਨ ਫਿਲਮ ਹੋਏਗੀ। ਨੀਰੂ ਜੀ ਨੇ ਖੁਦ ਕਿਹਾ, ਉਹ ਕਈ ਵਾਰੀ ਜਦੋਂ ਸੀਨ ਦੇਖਦੇ ਆ ਬਾਅਦ ਐਡਿਟ ਹੋ ਕੇ ਛੋਟਾ ਜਾਂਦਾ, ਕਈ ਵਾਰੀ ਉਹ ਇਮੋਸ਼ਨਲ ਵੀ ਹੋ ਜਾਂਦੇ ਆ ਕਿ ਯਾਰ ਹੈ ਨਾ, ਉਹ ਫਿਰ ਕਹਿਣਗੇ ਕਿ ਥੈਂਕ ਯੂ ਫॉर ਦਿਸ ਫਿਲਮ, ਦਿਸ ਬਹੁਤ ਕੁਛ ਹੁੰਦਾ। ਅਤੇ ਮੈਨੂੰ ਵੀ ਲੱਗਦਾ ਕਿ ਉਹ ਆਪਣੇ ਆਪ 'ਚ ਇੱਕ ਬਹੁਤ ਹੀ ਅਲੱਗਾ ਸਿਨੇਮਾ ਹੋਏਗਾ ਪੰਜਾਬੀ ਇੰਡਸਟਰੀ ਦਾ। ਜੀ। ਹਾਂਜੀ। ਸੋ ਵੇਟਿੰਗ ਫॉर दैट। ਹਾਂਜੀ 25 ਆਫ ਮਾਰਚ ਨੂੰ ਆ ਰਹੀ ਹੈ ਜੀ। ਮੈਂ ਪ੍ਰਮੋਟ ਵੀ ਕਰਦਾ, ਨਹੀਂ ਤਾਂ ਮੈਨੂੰ ਉਹਨਾਂ ਨੇ ਕਹਿਣਾ ਤੁਸੀਂ ਕਿਹਾ ਕਿਉਂ ਨਹੀਂ, ਤੁਸੀਂ ਕਿਹਾ ਕਿਉਂ ਨਹੀਂ। ਬਹੁਤ ਸਾਰੀਆਂ ਗੱਲਾਂ, ਫਿਲਮਾਂ, ਗਾਣੇ, ਪਰ ਜਿਹੜੀ ਮੇਨ ਚੀਜ਼ ਆ ਤੁਹਾਡੀ ਲਿਖਤ, ਤੁਸੀਂ ਸ਼ਬਦਾਂ ਨੂੰ ਜਦ ਪਿਰੋਂਦੇ ਹੋ ਤਾਂ ਉਹ ਬਹੁਤ ਡਿਫਿਕਲਟ ਚੀਜ਼ ਹੁੰਦੀ ਆ। ਸੋ ਆਈ ਵਾਂਟ ਟੂ ਨੋ ਕਿ ਉਹ ਰਾਈਟਿੰਗ ਦਾ ਪ੍ਰੋਸੈਸ ਕੀ ਆ ਤੁਹਾਡੀ। ਕਈ ਵਾਰ ਹੁੰਦਾ ਕਿ ਕਿਸੇ ਗਾਣੇ ਨੂੰ ਲਿਖਣ 'ਚ ਸਿਰਫ 10 ਮਿੰਟ ਲੱਗਦੇ ਨੇ ਐਂਡ ਇਟ ਇਜ਼ ਓਬਵੀਅਸਲੀ ਪਰਫੈਕਟ, ਬਟ ਸਮਟਾਈਮਜ਼ ਯੂ ਟੇਕ ਅ ਲੋਟ ਆਫ ਟਾਈਮ। ਸੋ ਤੁਹਾਡਾ ਕੀ ਪ੍ਰੋਸੀਜਰ ਆ? ਮੇਰਾ ਕੋਈ ਖਾਸ ਪ੍ਰੋਸੀਜਰ ਨਹੀਂ ਹੈ। ਜਿਵੇਂ ਔਜ਼ਾਰ ਗਾਣਾ ਹੈ, ਮੈਨੂੰ ਅੱਜ ਮੇਰਾ ਇੱਕ ਘਰ ਵੀ ਜਿਮ ਹੈਗਾ ਛੋਟਾ ਜਿਹਾ, ਅਤੇ ਮੈਨੂੰ ਲੱਗਦਾ ਮੈਂ ਟ੍ਰੈਡਮਿਲ 'ਤੇ ਭੱਜ ਰਿਹਾ ਹੋਣਾ, ਅਤੇ ਮੈਨੂੰ ਉਹ ਗਾਣਾ ਆ ਗਿਆ, ਸਾਵੋਂ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ। ਕੁਛ ਹੋਇਆ ਹੋਣਾ ਕਿ ਯਾਰ ਇਹ ਚੀਜ਼ ਸਿਰਫ ਹੱਥ ਨਾਲ ਹੀ ਹੋ ਸਕਦੀ ਆ, ਕੁਛ ਹੋਰ ਨਹੀਂ ਹੋ ਸਕਦੀ ਹੈ ਨਾ। ਉਹ ਇੱਕ ਤੁਹਾਨੂੰ ਇਗਨੀਸ਼ਨ ਚਾਹੀਦੀ ਹੁੰਦੀ ਕਿਸੇ ਨਾ ਕਿਸੇ ਚੀਜ਼ ਦੀ। ਜੇਕਰ ਤੁਸੀਂ ਪੋਇਟਿਕ ਫੀਲ ਦੇ ਇਨਸਾਨ ਹੋ, ਜੇਕਰ ਤੁਹਾਡੇ ਕੋਲ ਲਿੰਗੁਇਸਟਿਕ ਬ੍ਰਿਲੀਅੰਸ ਹੈਗੀ ਆ, ਜਾਂ ਤੁਹਾਡੇ ਕੋਲ ਅਪਰੋਚ ਹੈਗੀ ਆ ਕਿਸੇ ਚੀਜ਼ ਨੂੰ ਬਹਿਰਬੰਦੀ 'ਚ ਕਰਨ ਦੀ, ਫਿਰ ਉਹ ਆਸਾਨ ਹੋ ਜਾਂਦਾ। ਬਟ ਇੱਦਾਂ ਕਦੀ ਨਹੀਂ ਹੋਇਆ ਕਿ ਮੈਂ ਇੱਕ ਗਾਣਾ ਅੱਜ ਸ਼ੁਰੂ ਕੀਤਾ ਅਤੇ ਪਰਸੋਂ ਖਤਮ ਕੀਤਾ। ਜਾਂ ਤਾਂ ਸ਼ੁਰੂ ਨਹੀਂ ਕਰੂੰਗਾ ਜਾਂ ਉਸੇ ਵੇਲੇ ਖਤਮ ਹੋਏਗਾ। ਹਾਂ, ਉਹਦੀ ਨੀਡ ਜੇਕਰ ਬਾਅਦ 'ਚ ਉਹ ਫਿਲਮ 'ਚ ਜਾਂਦਾ, ਉਹਨਾਂ ਨੂੰ ਉਹਦੇ 'ਚ ਆਲਟਰੇਸ਼ਨ ਕਰਨੀਆਂ ਪੈਂਦੀਆਂ, ਉਹ ਫਿਰ ਤੁਸੀਂ ਕੌਨਸ਼ੀਅਸਲੀ ਕਰ ਸਕਦੇ ਆ। ਅਤੇ ਉਹਨੂੰ ਮੈਂ ਗਲਤ ਨਹੀਂ ਸਮਝਦਾ ਕਦੀ ਵੀ। ਹਾਲਾਂਕਿ ਪਿਓਰੈਸਟ ਫਾਰਮ ਨਹੀਂ ਹੁੰਦੀ ਉਹ ਆਰਟ ਦੀ, ਹਰ ਇੱਕ ਚੀਜ਼ ਦੀ ਆਪਣੀ ਅਹਿਮੀਅਤ ਹੈ। ਜਿੱਦਾਂ ਉਹਨਾਂ ਨੇ ਕਿਹਾ ਕਿ ਉਹਦੀ ਪਿਓਰਿਟੀ ਉਹਦੀ ਸੀਨ 'ਚ ਹੈ। ਉਹਦਾ ਸੀਨ ਪਿਓਰਲੀ ਕਿਸੇ ਨਾ ਕਿਸੇ ਨੇ ਇਮੈਜਿਨ ਕਰ ਲਿਆ, ਉਹਦੇ ਰਾਈਟਰ ਨੇ, ਅਤੇ ਮੈਂ ਉਹਦੇ ਵਿੱਚ ਰੰਗ ਕਿਸੇ ਨਾ ਕਿਸੇ ਤਰੀਕੇ ਭਰਨੇ ਆ ਤੁਸੀਂ ਪੋਇਟਿਕ ਨਜ਼ਰੀਏ ਦੇ ਨਾਲ। ਬਟ ਜਿਹੜੀ ਪਿਓਰੈਸਟ ਫਾਰਮ ਆਫ ਪੋਇਟਰੀ ਆ, ਉਹ ਜਿਹੜੀ ਮੈਂ ਤੁਹਾਨੂੰ ਕਹੀ ਹੈ ਕਿ ਚਾਹੇ ਉਹਨੂੰ ਤੁਸੀਂ ਇਲਹਾਮ ਕਹੋ, ਚਾਹੇ ਤੁਸੀਂ ਆਮਦ ਕਹੋ, ਕੁਛ ਵੀ ਕਹੋ, ਸਬਲਾਈਮ ਸਟੇਟ ਆਫ ਮਾਈਂਡ ਕਹੋ, ਅਤੇ ਉਹਦੇ ਤੋਂ ਆਉਂਦੀ ਹੈ। ਅਤੇ ਉਹਦੇ ਵਿੱਚ ਆਲਟਰੇਸ਼ਨ ਮੇਜਰਲੀ ਮੈਂ ਨਹੀਂ ਕਰਦਾ। ਜੇ ਕਿ ਇਸ ਤਰ੍ਹਾਂ ਹੀ ਹੋ ਜਾਏ ਕਿ ਯਾਰ ਇਹ ਤਾਂ ਕਿਸੇ ਨੂੰ ਸਮਝ ਨਹੀਂ ਆਉਣਾ, ਜਿਵੇਂ ਹਮਜ਼ਾ ਗਾਣਾ ਸੀਗਾ, ਉਹ ਕਿਸੇ ਨੂੰ ਉਹ ਕਹਿੰਦੇ ਇਹ ਕੀ ਹੈ, ਬਟ ਮੈਂ ਤਾਂ ਉਹਨੂੰ ਵੈਸੇ ਹੀ ਐਂ ਹੀ ਰੱਖ ਲਿਆ। ਮੈਂ ਕਿਹਾ ਜੇ ਕੋਈ ਹੋਰ ਨਹੀਂ ਲਊਗਾ ਤਾਂ ਆਪਾਂ ਆਪਣੀ ਤੋਂ ਰਿਲੀਜ਼ ਕਰ ਦਾਂਗੇ, ਬਟ ਇਹਨੂੰ ਨਹੀਂ ਮੈਂ ਛੇੜਨਾ ਹੈ ਨਾ। ਬਟ ਸਮਹਾਉ ਜ਼ਿਆਦਾਤਰ ਲੋਕ ਕਹਿੰਦੇ ਆ ਕਿ ਯਾਰ ਤੁਹਾਡੇ ਗਾਣੇ ਮੁਸ਼ਕਿਲ ਹੁੰਦੇ ਆ, ਤੁਸੀਂ ਹੈ ਨਾ, ਤੁਹਾਡੀ ਲੈਂਗੁਏਜ ਬਹੁਤ ਮੁਸ਼ਕਿਲ ਆ, ਤੁਹਾਡੀ ਜਿਹੜੀ ਵੋਕੈਬ ਆ ਉਹਦੇ ਉੱਤੇ ਪਰਸ਼ੀਅਨ ਜਾਂ ਅਰੇਬਿਕ ਇੰਪਰੈਸ਼ਨ ਬਹੁਤ ਜ਼ਿਆਦਾ ਆ। ਪਰ ਮੈਂ ਜਾਣ ਕੇ ਨਹੀਂ ਕਰਦਾ, ਪਤਾ ਨਹੀਂ ਤੁਹਾਡੀ ਸੋਲ ਕੋਈ ਪੁਰਾਣੀ ਉਹ ਹੋਣੀ ਹੈ। ਅਤੇ ਪਰ ਮੈਨੂੰ ਚਾਹਤ ਤਾਂ ਇਹੀ ਹੈ ਮੇਰੀ ਕਿ ਤੁਹਾਡੇ ਸਾਰੀ ਆਵਾਮ ਨੂੰ ਗਾਣੇ ਸਮਝ ਆਉਣ, ਸਾਰਿਆਂ ਨੂੰ ਚੰਗੇ ਲੱਗਣ, ਉਹ ਨਾਲ ਗੁਣਗੁਣਾਉਣ। ਪਰ ਕਈ ਵਾਰੀ ਕੋਈ ਐਸੇ ਲਫ਼ਜ਼ ਵਿੱਚ ਆ ਵੀ ਜਾਂਦੇ ਆ, ਜਿਵੇਂ ਬਾਰੀ ਖੋਲ ਦੇ ਵਿੱਚ ਇੱਕ ਗੀਤ ਹੈ ਸਾਡਾ, ਅਤੇ ਉਹਦੇ ਵਿੱਚ ਲਫ਼ਜ਼ ਆਇਆ ਸੀ ਇੱਕ ਮੁਨੀਰ, ਅਤੇ ਮੈਂ ਵੀ ਮੁਨੀਰ ਕਿਤੇ, ਤੁਸੀਂ ਮੰਨਣਾ ਨਹੀਂ, ਮੁਨੀਰ ਮੈਂ ਸੁਣਿਆ ਹੋਇਆ ਸੀਗਾ, ਪਰ ਨਾ ਮੈਨੂੰ ਉਹਦਾ ਮਾਇਨਾ ਪਤਾ ਸੀ, ਨਾ ਮੈਂ ਕਿਤੇ ਪੜ੍ਹਿਆ ਸੀ। ਮੁਨੀਰ ਕਿਸੇ ਦਾ ਨਾਮ ਹੋ ਸਕਦਾ, ਮੇਰੇ ਖਿਆਲ ਮੁਨੀਰ ਨਿਆਜ਼ੀ ਸ਼ਾਇਦ ਇੱਕ ਪਾਕਿਸਤਾਨ ਦੇ ਜਾਂ ਗਵਈਏ ਜਾਂ ਸ਼ਾਇਰ ਨੇ ਮੇਰੇ ਖਿਆਲ 'ਚ। ਕਿੱਥੇ ਉਹ ਸਬਕੌਨਸ਼ੀਅਸ, ਸਾਡੇ ਅਨਕੌਨਸ਼ੀਅਸ ਹੀ ਹੋਣਾ, ਸਭ 'ਚ ਵੀ ਨਹੀਂ ਹੋਣਾ। ਬਟ ਮੈਂ ਗਾਣਾ ਲਿਖ ਲਿਆ ਪਹਿਲਾਂ ਕਿ ਚੂਲ ਤੇ ਜਲੂਲ ਬਾਕੀ ਗੱਲਾਂ ਨੇ ਫਜ਼ੂਲ, ਬਸ ਇੱਕੋ ਇੱਕ ਮੂਲ ਲੱਭ ਲੈ ਮੁਨੀਰ ਨੂੰ, ਰਜ਼ਾ ਜਿਹਨੂੰ ਹੈ ਕਬੂਲ, ਜਿਹੜਾ ਮੰਨਦਾ ਅਸੂਲ, ਉਹਨੂੰ ਹੋਣਗੇ ਵਸੂਲ ਮੁੱਲ ਵੀ ਅਖੀਰ ਨੂੰ। ਮੈਂ ਲਿਖਣ ਤੋਂ ਬਾਅਦ ਦੇਖਿਆ ਡਿਕਸ਼ਨਰੀ ਯਾਰ ਕਿ ਅੱਛਾ ਮੁਨੀਰ ਕੀ ਹੈ। ਸੋ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਕੀ ਸਟੇਟ ਆਫ ਮਾਈਂਡ ਹੁੰਦੀ ਉੱਥੇ। ਤੁਸੀਂ ਆਪ ਨਹੀਂ ਹੁੰਦੇ, ਤੁਹਾਡਾ ਆਪਾ ਮਨਫੀ ਹੋ ਜਾਂਦਾ, ਤੁਹਾਡੀ ਸਿਰਫ ਕੌਨਸ਼ੀਅਸਨੈਸ ਇਨਵੋਲਵ ਹੁੰਦੀ ਹੈ ਉਹਦੇ 'ਚ। ਅਤੇ ਮੈਂ ਮੁਨੀਰ ਦੇਖਿਆ ਅਤੇ ਇੰਨੀ ਐਪਰੋਪਰੀਏਟਲੀ ਉਹ ਫਿੱਟ ਹੋਇਆ ਸੀਗਾ ਮਾਇਨੇ ਦੇ ਹਿਸਾਬ ਦੇ ਨਾਲ। ਅਤੇ ਫਿਰ ਮੈਂ ਲੱਗਿਆ ਕਿ ਯਾਰ ਕਿ ਸਮਹਾਉ ਯੂਨੀਵਰਸਲ ਜਿਹੜੀਆਂ ਨਹੀਂ ਹੁੰਦੀਆਂ, ਜਿਹੜੀਆਂ ਰੇਜ਼ ਨੇ ਕਿਤੇ ਨਾ ਕਿਤੇ ਉਹ ਤਾਂ ਹੈ ਨਾ, ਉਹ ਵੇਵਲੈਂਥਸ ਕਿਤੇ ਨਾ ਕਿਤੇ ਮੈਚ ਕਰਦੀਆਂ ਹੋਣੀਆਂ। ਸੋ ਮੁਨੀਰ ਮੀਨਸ ਕਿ ਜਿਹਨੂੰ ਤੁਸੀਂ ਕੀ ਕਹਿੰਦੇ ਆ, ਐਨਲਾਈਟਨਡ, ਪ੍ਰਕਾਸ਼ਿਤ, ਜਿਹੜਾ ਜਿਸ 'ਚੋਂ ਰੋਸ਼ਨੀ ਨਿਕਲਦੀ ਹੋਵੇ, ਕੋਈ ਇਹੋ ਜਿਹਾ ਇਨਸਾਨ ਜਿਹੜਾ ਇਵੋਲਵ ਆ, ਐਨਲਾਈਟਨਡ ਆ ਬੇਸਿਕਲੀ, ਹੈ ਨਾ, ਬਲਦਾ ਹੋਇਆ।
ਸੋ ਕਹਿੰਦਾ ਵੀ ਤੂੰ ਬਾਕੀ ਗੱਲਾਂ ਛੱਡ ਕੇ ਕੋਈ ਕਿਸੇ ਇਨਲਾਈਟਡ ਬੰਦੇ ਨੂੰ ਲੱਭ ਲਾ, ਬੇਸਿਕਲੀ ਮਾਇਨਾ ਉਹਦਾ ਇਹ ਹੈ ਜੀ ਹੈ ਨਾ। ਤੇ ਸੋ ਇਸ ਕਰਕੇ ਬਹੁਤ ਸਾਰੀਆਂ ਇੱਦਾਂ ਚੀਜ਼ਾਂ ਹੋ ਜਾਂਦੀਆਂ ਕਿ ਜਿਹੜੀਆਂ ਤੁਹਾਨੂੰ ਵੀ ਨਹੀਂ ਪਤਾ ਹੁੰਦੀਆਂ। ਬਿਲਕੁਲ। ਤੇ ਇਸ ਕਰਕੇ ਮੈਂ ਕਦੀ ਵੀ ਜਦੋਂ ਵੀ ਕੋਈ ਗੀਤ ਆਉਂਦਾ ਤੇ ਪਹਿਲਾਂ ਉੱਤਰ ਤਾਂ ਜਾਂਦਾ ਹੈ, ਫਿਰ ਮੈਂ ਕਹਿੰਦਾ ਹੁੰਦਾ ਕਿ ਯਾਰ ਇਹ ਮੇਰੇ ਤਹਿਤ ਲਿਖਿਆ ਗਿਆ, ਇਹ ਮੈਂ ਨਹੀਂ ਲਿਖਿਆ। ਫਿਰ ਕੁਝ ਕਿਸੇ ਨੇ ਇਹ ਵੀ ਸੋਚ ਕੇ ਲਿਖਿਆ ਹੋਣਾ ਨਾ ਦੈਟ 뮤직 ਹੈਜ਼ ਨੋ ਲੈਂਗੁਏਜ, ਕਿਉਂਕਿ ਸਿਰਫ ਕਨੈਕਟ ਕਰਦੇ ਹੋ, ਫੀਲ ਕਰਦੇ ਹੋ। ਹਾਂਜੀ ਹਾਂਜੀ, ਨਹੀਂ ਮਿਊਜ਼ਿਕ ਹੈਜ਼ ਨੋ ਲੈਂਗੁਏਜ ਦਾ ਉਹਦੇ ਅਲੱਗ ਮਾਇਨੇ ਨੇ ਜੀ ਕਿਉਂਕਿ ਮਿਊਜ਼ਿਕ ਹੈਜ਼ ਨੋ ਲੈਂਗੁਏਜ ਇਸ ਕਰਕੇ ਆ ਕਿਉਂਕਿ ਉਹਦੇ 'ਚ ਲੈਂਗੁਏਜ ਹੈ ਹੀ ਨਹੀਂ। ਜੀ ਜੀ ਜੀ। ਉਹ ਇਸ ਕਰਕੇ ਕਿਹਾ ਬਿਲਕੁਲ ਜਾਂਦਾ ਕਿ ਬਿਲਕੁਲ ਜੇਕਰ ਆਪਣੇ ਕੌਣ ਆ ਰਵੀ ਸ਼ੰਕਰ ਜੀ ਸਿਤਾਰ ਜੀ ਵਜਾਉਣਗੇ, ਉਹ ਲਾਸ ਜੀ ਏਂਜਲਸ 'ਚ ਜਦੋਂ ਗੋਰੇ ਬੈਠੇ ਹੁੰਦੇ ਆ, ਜੀ ਕਿਉਂਕਿ ਉਹਨਾਂ ਨੇ ਉੱਥੇ ਵਰਡ ਦੀ ਨੂੰ ਸਮਝਣਾ ਨਹੀਂ ਆ ਕਿ ਇਹਨਾਂ ਨੇ ਬਿਲਕੁਲ ਸੰਸਕ੍ਰਿਤ ਬੋਲੀ ਕਿ ਬ੍ਰਜ ਬਿਲਕੁਲ ਬੋਲੀ ਕਿ ਪੰਜਾਬੀ ਬੋਲੀ ਕਿ ਉਰਦੂ। ਉੱਥੇ ਮਿਊਜ਼ਿਕ ਦੀ ਸਟਰੋਕ ਨੇ ਜਿਹੜੇ ਇਮੋਸ਼ਨ ਨੂੰ ਕਰਨਾ ਨਾ, ਜੇਕਰ ਉਹ ਬਿਲਾਸਖਾਨੀ ਤੂੜੀ ਵਜਾ ਰਿਹਾ ਤੇ ਉਹ ਕਿਸੇ ਵੀ ਹਿਊਮਨ 'ਤੇ ਉਹਦਾ ਅਸਰ ਉਸ ਤਰ੍ਹਾਂ ਦਾ ਹੋਣਾ ਹੀ ਹੋਣਾ ਹੈ। ਬਿਲਕੁਲ ਜਿੱਦਾਂ ਗੁਰਬਾਣੀ ਦੇ ਵਿੱਚ ਰਾਗਾਂ ਦੀ ਇਹ ਅਹਿਮੀਅਤ ਬਹੁਤ ਜ਼ਿਆਦਾ ਹੈ। ਜੀ ਮਿਊਜ਼ਿਕ ਹੈਜ਼ ਨੋ ਲੈਂਗੁਏਜ ਇਸ ਕਰਕੇ ਕਿਹਾ ਜਾਂਦਾ ਕਿ ਮਿਊਜ਼ਿਕ ਇੱਕ ਇਹੋ ਜਿਹੀ ਚੀਜ਼ ਹੈ, ਜੇਕਰ ਤੁਸੀਂ ਇੱਥੋਂ ਚੱਕ ਕੇ ਇੱਥੇ ਵਜਾ ਦੋਗੇ ਉਹਨੇ ਕਿਤੇ ਨਾ ਕਿਤੇ ਅਸਰ ਉਹਦਾ ਕਰ ਦੇਣਾ। ਕਰ ਦੇਣਾ ਮੇਰੀ ਕਾਰ 'ਚ ਤੁਸੀਂ ਦੇਖੋ, ਜੇ ਕਿਤੇ ਵੈਸੇ ਤਾਂ ਮਿਊਜ਼ਿਕ ਹੁੰਦਾ ਨਹੀਂ ਆ, ਮੈਂ ਜ਼ਿੰਦਗੀ 'ਚ ਜੇ ਕੋਈ ਆਪ CD ਖਰੀਦੀ ਆ ਤੇ ਮੈਂ ਇਸਤਾਂਬੁਲ ਏਅਰਪੋਰਟ ਤੋਂ ਮੈਂ ਵਾਪਸ ਆ ਰਿਹਾ ਸੀ USA ਤੋਂ ਸ਼ਾਇਦ, ਜੀ ਜੀ ਤੇ ਉੱਥੇ ਮੈਂ ਇੰਸਟਰੂਮੈਂਟਲ ਮਿਊਜ਼ਿਕ ਖਰੀਦਿਆ ਸੀ ਟਰਕਿਸ਼, ਠੀਕ ਹੈ। ਤੇ ਮੇਰੀ ਜਿਹੜੀ ਬਲੂ ਕਾਰ ਹੁੰਦੀ ਸੀ ਉਹ 'ਚ ਹਾਲੇ ਵੀ ਮੈਨੂੰ ਲੱਗਦਾ ਪਿਆ ਹੋਣਾ। ਤੇ ਜੇ ਕਿਤੇ ਜੀ ਕਰੇ ਮੈਂ ਇਕੱਲਾ ਆ ਤੇ ਮਿਊਜ਼ਿਕ ਲਾਣਾ ਤੇ ਮੈਂ ਉਹਨੂੰ ਔਨ ਕਰ ਦੇਣਾ। ਉਹ ਮੈਂ ਇਸ ਕਰਕੇ ਕਰਦਾ ਸੀਗਾ, ਫਿਰ ਉਹ ਮੈਨੂੰ ਇਨਵੋਲਵ ਨਹੀਂ ਕਰੂਗਾ। ਜੀ ਇੰਸਟਰੂਮੈਂਟਲ ਮਿਊਜ਼ਿਕ ਦੀ ਬਿਊਟੀ ਤੁਸੀਂ ਦੇਖੋ, ਰੈਸਟੋਰੈਂਟ 'ਚ ਜਾਓ, ਜਿਹੜੇ ਪ੍ਰੋਫਾਊਂਡ ਸਮਝਦਾਰ ਲੋਕਾਂ ਦੇ ਰੈਸਟੋਰੈਂਟ ਨੇ, ਉੱਥੇ ਸੌਂਗ ਨਹੀਂ ਲੱਗੇ ਹੁੰਦੇ, ਉੱਥੇ ਇੰਸਟਰੂਮੈਂਟਲ ਮਿਊਜ਼ਿਕ ਲੱਗਾ ਹੁੰਦਾ। ਜੀ ਇਸ ਕਰਕੇ ਕਿ ਉਹ ਤੁਹਾਡਾ ਔਰਾ ਭਰੀ ਜਾਂਦਾ, ਪਰ ਉਹ ਤੁਹਾਨੂੰ ਉੱਧਰ ਸਮਝ ਪਾਉਣ ਦੀ ਜ਼ਰੂਰਤ ਨਹੀਂ ਹੈ ਕਿ ਕੀ ਆ ਤੇ ਕਿਉਂ ਆ, ਇਹ ਕੌਣ ਬੋਲ ਰਿਹਾ, ਕੁਝ ਬੋਲ। ਜਿੱਥੇ ਲੈਂਗੁਏਜ ਹੋਊਗੀ ਉੱਥੇ ਕੌਨਸ਼ੀਅਸਨੈਸ ਜ਼ਿਆਦਾ ਜਾਣਾ, ਜੀ ਜਿੱਥੇ ਮਿਊਜ਼ਿਕ ਹੋਊਗਾ ਉੱਥੇ ਕੌਨਸ਼ੀਅਸ ਦਾ ਜ਼ੋਰ ਨਹੀਂ ਲੱਗਣਾ, ਜੀ ਜੀ ਉਹ ਪਿੱਛੇ ਉਹਨੇ ਤੁਹਾਡੇ ਅਹਿਸਾਸ ਬਣਾਈ ਰੱਖਣਾ ਇਸ ਚੀਜ਼ ਦਾ। ਸੋ ਇਸ ਕਰਕੇ ਕਿਹਾ ਜਾਂਦਾ ਕਿ ਮਿਊਜ਼ਿਕ ਹੈਜ਼ ਨੋ ਲੈਂਗੁਏਜ। ਜੀ ਮੈਨੂੰ ਚਾਹੇ ਟਰਕਿਸ਼ ਮਿਊਜ਼ਿਕ ਆ, ਉਹਨਾਂ ਦੇ ਜਿਹੜੇ ਇੰਸਟਰੂਮੈਂਟ ਹੈ ਊਦ ਹੈ ਜਾਂ ਉਹ ਹੈ, ਹੋ ਸਕਦਾ ਮੈਨੂੰ ਚੰਗੇ ਲੱਗਦੇ ਹੋਣ ਸਾਹਮਣੇ ਕਿਤੇ ਨਾ ਕਿਤੇ, ਤੇ ਮੈਂ ਵਜ ਕਰੋ ਇੱਥੇ ਚੰਡੀਗੜ੍ਹੋਂ ਇੱਧਰ ਕਿਤੇ ਜਾ ਰਿਹਾ ਕਸੌਲੀ ਵੱਲ ਨੂੰ, ਜੇ ਤੁਸੀਂ ਉਹ ਲਾ ਲਓਗੇ ਆਲਮ ਉਸ ਤਰ੍ਹਾਂ ਦਾ ਹੋਣ ਲੱਗ ਜਾਂਦਾ। ਇੰਸਟਰੂਮੈਂਟਲ ਮਿਊਜ਼ਿਕ ਦੀ ਇਹ ਖੂਬੀ ਹੈ। ਬਿਲਕੁਲ ਬਿਲਕੁਲ। ਸੋ ਸੀ ਆਈ ਟੋਲਡ ਯੂ ਇਨੀਸ਼ੀਅਲੀ ਤੁਸੀਂ ਸ਼ਬਦਾਂ ਦੇ ਜਾਦੂਗਰ ਹੋ। ਸੋ ਓਬਵੀਅਸਲੀ ਉਹੀ ਹੋਇਆ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਆਈ ਐਮ ਲੁਕਿੰਗ ਫਾਰਵਰਡ ਫॉर ਮੋਰ ਇੰਟਰਵਿਊਜ਼ ਲਾਈਕ ਦਿਸ। ਹੁਣ ਓਬਵੀਅਸਲੀ ਮਿਲੇ ਆ ਤੇ ਆਇਆ ਇੰਟਰਵਿਊ ਹੋਇਆ, ਤੇ ਇੱਦਾਂ ਤਾਂ ਹੋ ਨਹੀਂ ਸਕਦਾ ਕਿ ਤੁਹਾਡੀ ਆਵਾਜ਼ ਸੁਣੇ ਬਿਨਾਂ ਅਸੀਂ ਇੱਥੇ ਜਾਏ। ਠੀਕ ਹੈ ਜੀ। ਸੋ ਕਿਸੇ ਵੀ ਗਾਣੇ ਦੀਆਂ ਦੋ ਲਾਈਨਾਂ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਹਜ਼ਾਰ ਆਪਣਾ ਬਹੁਤ ਚੰਗਾ ਲੱਗਦਾ, ਜੀ ਪਤਾ ਨਹੀਂ ਕਿਉਂ। ਮਤਲਬ ਜੇ ਮੈਂ ਇਕੱਲੇ ਨੇ ਕਿਤੇ, ਕਹਿੰਦੇ ਨਹੀਂ ਹੁੰਦੇ ਕਿ ਬੰਦਾ ਆਪ ਹੀ ਗੁਣਗੁਣਾਉਣ ਲੱਗ ਜਾਂਦਾ, ਤੇ ਮੈਂ ਰੀਸੈਂਟਲੀ ਨੋਟਿਸ ਕੀਤਾ, ਕਈ ਵਾਰੀ ਤੁਸੀਂ ਨਹੀਂ ਵੀ ਕਰਦੇ, ਕਿ ਜਦੋਂ ਵੀ ਮੈਂ ਗਾਉਣਾ ਇਹ ਗਾਣਾ ਗਾਉਣਾ ਵਾ। ਓਕੇ। ਹਾਂ, ਤੇ ਕਿੱਡੀਆਂ ਕਿੱਡੀਆਂ ਨੇ ਹੋਈਆਂ ਦੇਖੋ ਸੰਸਾਰ 'ਚ ਜੰਗਾਂ, ਆ ਸਾਥੋਂ ਸਾਂਭ ਨਹੀਂ ਹੁੰਦੀਆਂ ਆਪਣੇ ਘਰ-ਬਾਰ 'ਚ ਜੰਗਾਂ, ਕਰੀਏ ਸ਼ੁਕਰਾਨੇ ਜਿਉਣਾ ਓਨਾ ਦੁਸ਼ਵਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ, ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਬਾਕੀ ਤਾਂ ਵਜ਼ਨ ਤਰੀਕੇ ਲਾ ਲਾ ਕੇ ਚੱਕ ਲਈ ਦੇ, ਜਾਂ ਉਸ ਨੂੰ ਲਾ ਕੇ ਪਈਏ ਹਲਕੇ ਕਰ ਹੱਕ ਲਈ ਦੇ, ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ। ਉਹਦੇ 'ਚ ਇੱਕ ਸ਼ੇਰ ਹੈ ਜਿਹਦੇ 'ਚ ਮੇਰੇ ਇਲਾਕੇ ਦਾ ਜ਼ਿਕਰ ਹੈ ਜੀ। ਜੀ ਮੈਂ ਅੱਜ ਕਿਸੇ ਫੰਕਸ਼ਨ ਤੋਂ ਆਇਆ ਤੇ ਉਹਨੇ ਮੈਨੂੰ ਆਪਣਾ ਵੇਲਾ ਪੁਰਾਣਾ ਯਾਦ ਕਰਾਤਾ, ਉਹਦਾ ਵੀ ਮੇਰਾ ਥੋੜ੍ਹੇ 'ਤੇ ਅਸਰ ਹੈ। ਜੀ ਮੇਰਾ ਪਿੰਡ ਬਜਰੌਰ ਹੈ ਜੀ, ਬਜਰਾਵਰ ਲਿਖਿਆ ਜਾਂਦਾ, ਜਦੋਂ ਬ੍ਰਿਟਿਸ਼ ਨੇ ਲਿਖਿਆ ਹੋਣਾ ਉਹਨਾਂ ਨੇ ਬਜਰੌਰ ਨੂੰ BAJRAWAR ਕਰਤਾ। ਜੀ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਸਬਾ ਬਜਵਾੜਾ ਪੈਂਦਾ, ਇੱਕ ਸਾਡੇ ਤੋਂ 10 ਕਿਲੋਮੀਟਰ 'ਤੇ। ਜੀ ਬਜਵਾੜੇ ਬਾਰੇ ਕਿਹਾ ਜਾਂਦਾ ਕਿ ਉਹ ਬੈਜੂ ਬਾਵਰੇ ਨੇ ਵਸਾਇਆ ਹੋਇਆ ਸ਼ਹਿਰ ਹੈ। ਬੈਜੂ ਬਾਵਰਾ ਜਿਹੜੇ ਕਿ ਇੱਕ ਬਹੁਤ ਹੀ ਪ੍ਰੋਫਾਊਂਡ ਮਿਊਜ਼ੀਸ਼ੀਅਨ ਹੋਇਆ, ਤਾਨਸੇਨ ਦੇ ਕੰਟੈਂਪਰੇਰੀ ਸੀਗੇ। ਓਕੇ। ਸੋ ਉਹਦਾ ਇੱਕ ਸ਼ੇਰ ਬਣਿਆ ਸੀਗਾ, ਹੋ ਬਜਵਾੜਾ ਬੈਜੂ ਬਾਵਰੇ ਦਾ ਨੇੜੇ ਬਜਰਾਵਰ ਤੋਂ, ਤੂੰ ਵੀ ਕੁਝ ਸਿੱਖ ਲੈਂਦਾ ਓਏ ਐਸੇ ਬਖਤਾਵਰ ਤੋਂ, ਕਹਿ ਗਏ ਖੁਦ ਤਾਨਸੇਨ ਵੀ ਕਿ ਐਸਾ ਫਨਕਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ,
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ, ਇੰਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ। ਲਵਲੀ ਲਵਲੀ, ਬਹੁਤ ਬਹੁਤ ਖੂਬਸੂਰਤ। ਥੈਂਕ ਯੂ ਸੋ ਮਚ ਸਰਤਾਜ ਜੀ, ਤੁਸੀਂ ਆਪਣਾ ਟਾਈਮ ਦਿੱਤਾ। ਥੈਂਕਸ ਅ ਲੋਟ ਫॉर मीटिंग अस। ਥੈਂਕ ਯੂ। Thank you so much. For more updates, stay tuned to us. This is me, Sonali, signing off.